जिसले शाम वेला हो गया पैली के रह गई हाँ चुक के यानी कि गया खूह दे विच थल्ले ओए होए ट्रैक्टर ट्रैक्टर मैनू कहन लगे कि पुत्रा कि सही लै ला सवेर दा तू लगा आ हाँ वीडियो नु शेयर भी करो। चलो जी अल्लाह पाक ने उन्होंने भी बचा लिया। अच्छा दिन च माड़ा जिहा ख्याल आया हाँ कि पता नहीं अज अजराइल सलाम मेरे नाल ही खड़े आ रहे सी। ओए होए 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 अस्सलाम वालेकुम वालेकुम अस्सलाम व रहमतुल्लाहि व बरकातुहू। हाँ जी जी ते अज दा व्लॉग करने जी शुरू। अज दा व्लॉग जेहड़ा ना बड़ा मजेदार होने वाला है। अज कोई एक्सप्लोर नहीं करने जा रहा मैं, कोई भी चीज़ विखावांगा नहीं तुहानू। ऐ तुसीं जाणदे हो ना कि मेरे मामू मुनव्वर ठीक है जी, ऐ तो तकरीबन मेरी वीडियो च आते रहते हैं। जो भी मैं पिंड आना कि व्लॉग बनाना या वीडियो बनाना या कोई हैवन फूड वर्ल्ड की कोई रेसिपी शूट होंदी है ना तो मामू मेरे नाल लाजमी होंदे ने। ठीक है जी, ते अज दा व्लॉग जी मामू मेरे दे नाल ना एक बड़ा नाकाबले यकीन एक वाकया रोनमा होया सी। ते ਉਹ ਹੋਇਆ ਸੀ ਤਕਰੀਬਨ 1995 ਜਾਂ 96 ਦੇ ਵਿੱਚ ਹੋਇਆ ਸੀ, ਕਿਉਂਕਿ ਮੇਰੇ ਮਾਮੂ ਨੇ ਬੜਾ ਅਰਸਾ ਜਿਹੜਾ ਨਾ ਮਤਲਬ ਕਿ ਡਰਾਈਵਰੀ ਕੀਤੀ ਟਰੈਕਟਰ ਦੀ। ਇੱਕ ਐਸਾ ਵਾਕਿਆ ਰੂਨਮਾ ਹੋਇਆ ਤੇ ਮੈਂ ਤੁਹਾਨੂੰ ਮਾਮੂ ਦੀ ਜ਼ੁਬਾਨੀ ਹੀ ਸੁਣਾਵਾਂਗਾ। ਉਹ ਵਾਕਿਆ ਸੁਣ ਕੇ ਯਕੀਨ ਜਾਣੋ ਕਿ ਤੁਹਾਡੇ ਜਿਹੜੇ ਆ ਜਿਸਮ ਦੇ ਲੂਮ ਨਹੀਂ ਵਾਲ ਹੁੰਦੇ ਜਿਹੜੇ ਆ ਖੜੇ ਹੋਣਗੇ, ਰੂੰਗਟੇ ਖੜੇ ਹੋ ਜਾਣਗੇ ਜਿਹੜੇ ਉਰਦੂ 'ਚ ਕਹਿੰਦੇ ਨੇ। ਪੂਰੀ ਸਟੋਰੀ ਤੁਸੀਂ ਸੁਣਨੀ ਹੈ ਤੇ ਪੰਜਾਬੀ 'ਚ ਮਾਮੂ ਵੀ ਸੁਣਾਉਣਗੇ, ਇਸ ਲਈ ਮੈਂ ਵਲੌਗ ਵੀ ਜਿਹੜਾ ਪੰਜਾਬੀ ਦੇ ਵਿੱਚ ਸਟਾਰਟ ਕਰ ਰਿਹਾ ਵਾਂ। ਠੀਕ ਹੈ ਜੀ, ਤੇ ਤੁਹਾਨੂੰ ਯਕੀਨ ਹੋ ਜਾਏਗਾ ਕਿ ਜਿਹੜੀਆਂ ਕਹਿੰਦੇ ਨਹੀਂ ਮਤਲਬ ਸਟੋਰੀਆਂ ਸੁਣੀਆਂ ਹਵਾਈ ਚੀਜ਼ਾਂ ਜਾਂ ਜਿੰਨਾਤ, ਬੜੇ ਲੋਕ ਐਸੇ ਹੈ ਨੇ ਕਿ ਜਿਹੜਾ ਇਹਨਾਂ ਤੇ ਯਕੀਨ ਨਹੀਂ ਕਰਦੇ ਕਿ ਇਹ ਚੀਜ਼ ਹੁੰਦੀ ਨਹੀਂ, ਜਿੰਨਾਤ ਹੁੰਦੇ ਨਹੀਂ, ਇਹ ਬਕਵਾਸ ਆ ਵਗੈਰਾ ਵਗੈਰਾ। ਤੁਸੀਂ ਪੂਰਾ ਵਾਕਿਆ ਸੁਣਨਾ, ਤੁਸੀਂ ਪੂਰੀ ਸਟੋਰੀ ਸੁਣਨੀ ਆ ਤੇ ਤੁਹਾਨੂੰ ਯਕੀਨ ਆ ਜਾਏਗਾ ਕਿ ਮੇਰੇ ਮਾਮੂ ਨਾਲ ਹੋਇਆ ਕੀ ਹੋਣ ਜਾ ਰਿਹਾ ਸੀਗਾ। ਲੇਕਿਨ ਤੁਹਾਨੂੰ ਇਹ ਵੀ ਯਕੀਨ ਆਏਗਾ ਅਗਰ ਜਿੰਨਾਤ ਹੁੰਦੇ ਨੇ, ਹਵਾਈ ਚੀਜ਼ਾਂ ਹੁੰਦੀਆਂ ਨੇ, ਇਨਸਾਨ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਜਾਂ ਪਹੁੰਚਾਉਣ ਦੀ ਕੋਸ਼ਿਸ਼ ਕਰਦੀਆਂ ਨੇ, ਅੱਲਾਹ ਪਾਕ ਦੀ ਜ਼ਾਤ ਬਚਾਉਣ ਵਾਲੀ ਵੱਡੀ ਬਚਾਉਂਦੀ ਵੀ ਆ। ਤੇ ਤੁਸੀਂ ਪੂਰੀ ਸਟੋਰੀ ਸੁਣਨੀ ਮੇਰੇ ਨਾਲ। ਹਾਂਜੀ ਮਾਮੂ ਜੀ ਤੇ ਕਰੀਏ ਸ਼ੁਰੂ ਫਿਰ। ਮਾਮੂ ਕਰੀਏ ਸ਼ੁਰੂ ਸਟੋਰੀ ਫਿਰ। ਅੱਛਾ ਇੱਧਰ ਮੂੰਹ ਕਰਕੇ ਜ਼ਰਾ ਕਹਿ ਦਿਓ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ। चैनल ਨੂੰ सब्सक्राइब करो। ਕਹਿ ਦਿਓ ਕਿ ਵੀਡੀਓ ਨੂੰ ਲਾਈਕ ਵੀ ਕਰੋ। वीडियो ਨੂੰ लाइक भी ਕਹੋ ਕਿ ਸ਼ੇਅਰ ਵੀ ਕਰੋ ਵੀਡੀਓ ਨੂੰ। वीडियो ਨੂੰ शेयर भी करो। ਚਲੋ ਜੀ ਸਟੋਰੀ ਸੁਣਨੇ ਮੇਰੇ ਮਾਮੂ ਮੁਨੱਵਰ ਸਾਹਿਬ ਦੀ ਜ਼ੁਬਾਨੀ ਤੇ ਹੋ ਜਾਣੇ ਸ਼ੁਰੂ ਜਨਾਬ। ਠੀਕ ਹੈ ਜੀ। ਰਾਈ ਮੈਂਡਰ ਦਾ ਪੰਜੀ ਚੱਕ ਰਾਈ ਮੈਂਡਰ ਉਹ ਕਿਹੜੀ ਜਗ੍ਹਾ ਤੇ ਆ? ਉਹ ਸ਼ਹੀਦ ਚੌਕ ਤੋਰਲੇ ਸ਼ਹੀ- ਪਰਲੇ ਪਾਸੇ। ਸ਼ਹੀਦ ਚੌਕ ਅੱਛਾ, ਯਾਨੀ ਕਿ ਭਾਵਨ ਨਗਰ ਦੇ ਵਿੱਚ ਹੀ। ਹਾਂ ਭਾਵਨ ਨਗਰ ਤੋਂ ਚਿਸ਼ਤੀਆਂ ਏਰੀਆ ਦੇ ਵਿੱਚ ਆ ਜਾ। ਚਿਸ਼ਤੀਆਂ ਏਰੀਆ ਜੀ, ਠੀਕ ਹੋ ਗਿਆ। ਉੱਥੇ ਬਿਸਮਿਲ੍ਲਾ ਕਾਟਨ ਵਾਲਿਆਂ ਦੇ ਨਾਲ ਮੈਂ ਡਰਾਈਵਰ ਸੀਗਾ। ਬਿਸਮਿਲ੍ਲਾ ਕੱਢਣ ਵਾਲੇ ਜਿਹੜੇ ਆ ਵਾਲੇ ਅੱਛਾ, ਯਾਨੀ ਉਹਦੇ ਟਰੈਕਟਰ ਦੀ ਡਰਾਈਵਰੀ। ਹਾਂ ਉਹਨਾਂ ਦੇ ਨਾਲ ਸੀ ਤੇ ਕੱਤੇ ਦਾ ਮੌਕਾ ਹੋਵੇ। ਕੱਤਾ ਯਾਨੀ ਕਿ ਜਦੋਂ ਸਖਤ ਸਰਦੀ ਹੁੰਦੀ। ਨਹੀਂ ਹਾਂ ਸਰਦੀ ਦਾ ਸਟਾਰਟਿੰਗ ਹੁੰਦਾ। ਅੱਛਾ, ਸਰਦੀ ਦਾ ਸਟਾਰਟ ਹੁੰਦਾ ਕੱਤਾ, ਯਾਨੀ ਕਿ ਦੇਸੀ ਤਰੀਕ ਜਿਹੜੀ ਆ ਹਾਂ ਦੇਸੀ ਮਹੀਨੇ। ਠੀਕ ਹੋ ਗਿਆ। ਅੱਛਾ, ਤੇ ਕਣਕ ਦੀ ਬਿਜਾਈ ਸ਼ੁਰੂ ਸੀ। ਕਣਕ ਦੀ ਜੇ ਕਣਕ ਯਾਨੀ ਕਾਸ਼ਤ ਕੀਤੀ ਜਾ ਰਹੀ ਹੈ। ਬਿਜਾਈ ਯਾਨੀ ਕਿ ਅੱਛਾ 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 ਕਣਕ ਬੀਜੀ ਉਦੋਂ ਮੈਂ ਹਾਂਜੀ 15 ਕਿੱਲੇ 15 ਕਿੱਲੇ ਕਣਕ। ਅੱਛਾ ਲੇਕਿਨ 15 ਕਿੱਲੇ ਕਣਕ ਮੈਂ ਬੀਜ ਰਿਹਾ ਸੀਗਾ ਜਿਹੜੇ ਵਹਾਈ ਕਰਦਾ ਸੀ ਨਾ, ਹਾਂਜੀ ਤੇ ਟਰੈਕਟਰ ਕਦੀ ਉਸ ਬੰਦੇ ਤੇ ਕਦੀ ਉਸ ਬੰਦੇ ਤੇ ਜਾਵੇ। ਹਾਲਾਂਕਿ ਸੁਹਾਗਾ ਜਿਸਲੇ ਟਰੈਕਟਰ ਦੇ ਮਗਰ ਹੋਵੇ, ਹਲ ਪਾਏ ਹੋਣ ਤੇ ਸੁਹਾਗਾ ਹਿੱਲਣ ਤੋਂ ਆਵਾਜ਼ਾਰ ਹੁੰਦਾ ਸੀ। ਹਾਂ ਯਾਨੀ ਕਿ ਕਹਿਣ ਦਾ ਮਤਲਬ ਟਰੈਕਟਰ ਤੁਹਾਡੇ ਕਾਬੂ 'ਚ ਨਹੀਂ ਸੀ ਆ ਰਿਹਾ, ਨਹੀਂ ਸੀ ਆ ਰਿਹਾ, ਬਾਏ ਚਾਂਸ ਸੀ। ਬਾਈ ਚਾਂਸ ਯਾਨੀ ਕਿ ਹਿੱਲਣ ਤੋਂ ਉਹਨੂੰ ਨਹੀਂ ਦਿੱਤਾ ਕਿ ਮਗਰ ਆਦਮੀ ਵੀ ਸੁਹਾਗੇ ਤੇ ਭਾਇਆ ਸੀਗਾ। ਅੱਛਾ ਅੱਛਾ ਠੀਕ ਹੋ ਗਿਆ। ਜ਼ਮੀਨ ਦੀ ਪੀਠ ਚੰਗੀ ਤਰ੍ਹਾਂ ਬਹਿ ਜਾਵੇ ਹਾਂਜੀ ਹਾਂਜੀ ਤੇ ਗੰਦਮ ਦੀ ਉਗਾਈ ਜਿਹੜੀ ਉਹ ਸਹੀ ਹੋਵੇ। ਠੀਕ ਹੋ ਗਿਆ। ਲੇਕਿਨ ਟਰੈਕਟਰ ਮੇਰੇ ਵੱਸ ਤੋਂ ਬਾਹਰ ਸੀਗਾ ਜਾਂਦਾ। ਅੱਛਾ ਮੈਂ 3 ਦਫਾ ਉਹ 15 ਪੈਲੀਆਂ ਵਾਹੁੰਦਿਆਂ ਹਾਂ ਹਾਂ ਉਹਦੀਆਂ ਖੜਾ ਕਰਕੇ ਬ੍ਰੇਕਾਂ ਕਸੀਆਂ। ਅੱਛਾ ਯਾਨੀ ਕਿ ਹਲ ਵਾਹੁੰਦੇ ਵਾਹੁੰਦੇ 3-4 ਵਾਰੀ ਬ੍ਰੇਕ ਵੀ ਚੈੱਕ ਕੀਤੀ, ਟਾਇਟ ਵੀ ਕੀਤੀ ਬ੍ਰੇਕ। ਟਾਇਟ ਕੀਤੀ। ਅੱਛਾ ਟਰੈਕਟਰ ਫਿਰ ਵੀ ਜਿਵੇਂ ਕਾਬੂ 'ਚ ਨਹੀਂ ਆ ਰਿਹਾ। ਨਾੜੀ ਵਹਿੜ ਕੇ ਹੁੰਦੇ ਸੀ ਨਾ ਹਾਲੀ ਕਰਨ ਲੱਗਿਆ। ਹਾਂਜੀ ਹਾਂਜੀ ਨੱਠਦੇ ਆ ਝੋਟੇ ਯਾਨੀ ਕਿ ਵਹਿੜ ਕੇ। ਹਾਂਜੀ ਹਾਂਜੀ ਕੀ ਨੱਠਣਾ ਹੁੰਦਾ ਹਾਂਜੀ ਵੀ ਕਦੀ ਉਸ ਬੰਦੇ ਤੇ ਚੜੇ ਤੇ ਕਦੀ ਉਸ ਤੇ ਚੜੇ। ਹਾਂਜੀ ਟਰੈਕਟਰ ਇਹ ਕੰਮ ਕਰ ਰਿਹਾ ਸੀ। ਅੱਛਾ ਉਹਨੂੰ ਜਾਣ ਤਾਂ ਨਹੀਂ ਦਿੱਤਾ, ਨਾ ਪਿੱਛੋਂ ਬੰਦਾ ਡਿੱਗਣ ਦਿੱਤਾ, ਅੱਛਾ ਲੇਕਿਨ ਟਰੈਕਟਰ ਬੇਵਸਾ ਹੁੰਦਾ ਸੀ, ਆਪਣੇ ਵਿੱਚੋਂ ਨਿਕਲਦਾ ਸੀਗਾ। ਅੱਛਾ ਰੱਖਿਆ ਕੰਟਰੋਲ ਚ ਅੱਲਾ ਪਾਕ ਨੇ। ਅੱਛਾ ਉਹ ਜੀ ਜਿਸਲੇ ਸ਼ਾਮ ਵੇਲਾ ਹੋ ਗਿਆ ਪੈਲੀ ਕੇ ਰਹਿ ਗਈ। ਹਾਂ ਮਾਈਆਂ ਉੱਥੇ ਕਪਾਹ ਵੀ ਦੂਸਰੇ ਨਾਲ ਚੁਗਦੀਆਂ ਸੀਗੀਆਂ। ਅੱਛਾ ਉਹ ਕਮਾਈ ਵਿੱਚੋਂ ਕੋਲ ਦੀ ਗੁਜ਼ਰੀ। ਅੱਛਾ ਮਾਈ। ਹਾਂ ਸਿਆਣੀ ਉਮਰ ਦੀ। ਅੱਛਾ ਯਾਨੀ ਕਿ ਬੁੱਢੀ ਕਮਾਈ ਜਿਹੜੀ ਨਾ ਤਕਰੀਬਨ 80 ਸਾਲ ਦੀ ਉਹਦੀ ਉਮਰ ਹੋਣੀ। ਅੱਛਾ 80 ਸਾਲ ਦੀ ਮਾਈ ਗੁਜ਼ਰੀ ਕੋਲ ਦੀ। ਅੱਛਾ
ਮੈਂ ਉਹਨੂੰ ਪੁੱਛਿਆ ਮਾਈ ਹੁਣ ਪੱਠੇ ਕੱਢਣ ਲੱਗੀ ਬੱਕਰੀ ਲੈ? ਅੱਛਾ ਉਹ ਕਹਿਣ ਲੱਗੀ ਹਾਂ ਪੁੱਤਰ। ਅੱਛਾ ਤੇ ਮੈਨੂੰ ਕਹਿਣ ਲੱਗੇ ਕਿ ਪੁੱਤਰਾ ਕਿ ਸਾਹ ਲੈ ਲਾ, ਸਵੇਰ ਦਾ ਤੂੰ ਲੱਗਾ ਆ ਹਾਂ ਹਾਂ ਤੇ ਸਾਹ ਲੈ ਲਾ, ਝੱਟ ਥੱਕ ਜਾਂਦਾ ਬੰਦਾ। ਅੱਛਾ ਲੇਕਿਨ ਉਸ ਮਾਈ ਨੇ ਗੱਲ ਹੋਰ ਨਹੀਂ ਕਹੀ, ਸਿਰਫ ਇੰਨਾ ਹੀ ਕਿਹਾ। ਅੱਛਾ ਉਹ ਜਿਸਲੇ ਮਾਈ ਨੇ ਕਿਹਾ ਮੈਂ ਟਰੈਕਟਰ ਖੜਾ ਕਰਤਾ, ਅੱਛਾ ਉਤਰ ਕੇ ਤੇ ਸਿਗਰਟ ਲਾ ਲਈ, ਪੀਣ ਲੱਗ ਪਿਆ। ਅੱਛਾ ਤੇ ਨਾਲੇ ਦਿਲ 'ਚ ਸੋਚਦਾ ਵੀ ਯਾਰ ਲਾ ਜੇ ਖੈਰ ਹੋਵੇ ਵੀ ਇਹ ਟਰੈਕਟਰ ਕਿਉਂ ਇਦਾਂ ਕਰਦਾ। ਅੱਛਾ ਟਰੈਕਟਰ ਤੇ ਹਲ ਪਾਏ ਹੁਣ ਤਾਂ ਵੈਸੇ ਨਹੀਂ ਹਿਲਦਾ, ਇਹਦੇ ਮਗਰ ਸੁਹਾਗਾ ਉੱਤੇ ਬੰਦਾ ਵੀ ਭਾਏ ਆ। ਹਾਂ ਤੇ ਟਰੈਕਟਰ ਕਾਬੂ 'ਚ ਨਹੀਂ ਆ ਰਿਹਾ। ਟਰੈਕਟਰ ਅਜੇ ਨਿਕਲਦਾ ਹੈ ਹੁਣ। ਅੱਛਾ ਗੱਲ ਕੀ ਆ ਹਾਂ ਹਾਂ ਕੋਈ ਸਮਝ 'ਚ ਨਾ ਆਵੇ। ਅੱਛਾ ਉਹ ਸਿਗਰਟ ਸੁਗੜ ਪੀ ਕੇ ਸਹੀ ਲੈ ਕੇ ਤੇ ਫੇਰ ਮੁੱਦਰ ਕੇ ਮੈਂ ਮਤਲਬ ਟਰੈਕਟਰ ਤੇ ਬਹਿ ਗਿਆ। ਅੱਛਾ ਉਹ ਜਿਹੜਾ ਰਹਿੰਦਾ ਸੀਗਾ ਉਹ ਕੱਢਿਆ, ਅੱਛਾ ਵਾਹ ਕੇ ਸੁਹਾਗ ਕੇ ਤੇ ਚਲਾ ਗਿਆ। ਅੱਛਾ ਰਾਤ ਨੂੰ ਪਾਣੀ ਦੀ ਵਾਰੀ ਸੀ, ਹੂੰ ਟੂਬਲ ਚਲਾਉਣਾ ਸੀਗਾ। ਰਾਤ ਦੇ ਟਾਈਮ? ਹਾਂ 8 ਵਜੇ। ਅੱਛਾ ਰਾਤ 8 ਵਜੇ। ਉਹ ਮਜ਼ਾਰੇ ਸੀ ਨਾ ਉੱਥੇ, ਹਾਂਜੀ ਤੇ ਮਾਲਕ ਆਪ ਤੇ ਇੱਥੇ ਡਰਨ ਵਾਲੇ ਸੀਗੇ। ਅੱਛਾ ਉਹ ਮਜ਼ਾਰਾ ਜਿਹੜਾ ਸੀ ਉਹ ਕਹਿਣ ਲੱਗਾ ਕਿ ਭਾਈ ਅਖੇ ਰੋਟੀ ਖਾ ਕੇ ਉਸਤਾਦ ਜੀ ਫੇਰ ਜਾਇਓ, ਅੱਛਾ ਕਿਉਂ ਹੁਣ ਉੱਥੇ ਚੱਲ ਜਾਣਾ ਵੀ ਮੁੜ ਕੇ ਨਹੀਂ ਆਉਣਾ। ਉਹ ਅੱਛਾ ਰੋਟੀ ਖਾ ਲਈ ਤੇ ਉੱਠਣ ਲੱਗਾ ਤੇ ਉਹ ਕਹਿੰਦਾ ਚਲੀਏ। ਹਾਂਜੀ ਉਹ ਭੈਣ ਸਾਡੀ ਉਹਦੇ ਘਰੋਂ ਉਹ ਕਹਿਣ ਲੱਗੀ ਕਿ ਤੁਸੀਂ ਤਾਂ ਕਿ ਮੁੜ ਕੇ ਆ ਜਾਣਾ ਤੇ ਪੀ ਲੋਗੇ ਤਾਂ ਫਿਰ ਉਸਤਾਦ ਨੇ ਕਿਹੜਾ ਮੁੜ ਕੇ ਆਉਣਾ, ਅੱਛਾ ਵੀ ਸਰਦੀ ਹੈਗੀ ਆ ਤੇ ਇਹ ਵੀ ਚਾਹ ਪੀ ਕੇ ਤੇ ਫਿਰ ਚੱਲ ਜਾਏ। ਅੱਛਾ ਉਹ ਚਾਹ ਬਣਾਈ, ਚਾਹ ਪੀਤੀ, ਪੀ ਕੇ ਤੇ ਇੱਕ ਉਹਦਾ ਭਤੀਜਾ, ਹਾਂਜੀ ਉਹ ਮਾਈ ਦਾ ਭਤੀਜਾ ਕਾ ਉਹਨੂੰ ਭਾਣਜਾ ਚਾਚਾ ਭਾਣਜਾ ਆ, ਅੱਛਾ ਉਹਨੇ ਬਿਸਤਰਾ ਚੱਕਿਆ ਉੱਤੇ ਰੱਖਿਆ, ਕਈਆਂ ਰੱਖੀਆਂ, ਹਾਂ ਹਾਂ ਲੈ ਕੇ ਤੇ ਟੂਬਲ ਵੱਲ ਨੂੰ ਅਸੀਂ ਚਲੇ ਗਏ। ਯਾਨੀ ਨਹਿਰ ਦੇ ਮੋਢੀ ਉਹ ਟੂਬਲ ਸੀ ਲੱਗਾ, ਹਾਂ। ਨਹਿਰ ਦੀ ਉਤਰਾਈ ਦੇ ਨਾਲ ਪਟੜੀ ਅੱਛਾ ਦੇ। ਅੱਛਾ ਉੱਥੇ ਇੱਕ ਡੇਰਾ ਸੀਗਾ, ਉਹ ਕਹਿੰਦਾ ਕਿ ਉਸਤਾਦ ਜੀ ਤੁਸੀਂ ਚਲੋ। ਹਾਂ ਹਾਂ ਉਹ ਫਿਰ ਰਾਹ 'ਚ ਉਤਰ ਗਿਆ। ਅੱਛਾ ਉਹ ਕਹਿੰਦਾ ਮੈਂ ਲੈ ਆਵਾਂ ਮੰਜਾ ਤੇਰੇ ਵਾਸਤੇ ਹੂੰ ਤੇ ਤੁਸੀਂ ਲਿਆਓ ਆਪਣਾ ਟਰੈਕਟਰ ਲੈ ਆਓ। ਟਰੈਕਟਰ ਲੈ ਆਓ। ਮੈਂ ਟਰੈਕਟਰ ਲੈ ਜਾ ਕੇ ਪਟੜੀ ਤੇ ਖੜਾ ਕੀਤਾ ਇਹ ਟੂਲ ਜੋੜਨ ਵਾਸਤੇ? ਟੂਬਲ ਜੋੜਨ ਵਾਸਤੇ। ਅੱਛਾ ਤੇ ਉਹ ਬਿਸਤਰਾ ਲਾਤਾ ਉਤੋਂ, ਅੱਛਾ ਕਈਆਂ ਅਸੀਂ ਉਹ ਥੱਲੇ ਸਿੱਟ ਦਿੱਤੀਆਂ। ਠੀਕ ਹੋ ਗਿਆ। ਤੇ ਫਿਰ ਮੈਂ ਕਿਹਾ ਵੀ ਉਹਦਾ ਇੱਕ ਬਰਾਸ ਲਾਇਆ ਸੀ ਵੀ ਲੋਕ ਆਉਂਦੇ ਸੀ ਤਾਂ ਆਪਣਾ ਚਲਾ ਕੇ ਚੱਲ ਜਾਂਦੇ, ਜੇ ਸ਼ਾਇਦ ਟੁੱਟ ਜਾਂਦੀ ਸੀ ਤੇ ਫਿਰ ਉਹਨੂੰ ਬਣਾਦਾ ਕੋਈ ਨਹੀਂ ਸੀਗਾ। ਅੱਛਾ ਉਹਨਾਂ ਨੇ ਇੱਕ ਬਰਾਸ ਉੱਤੋਂ ਲਾ ਲੈਂਦੇ ਸੀਗੇ, ਮਤਲਬ ਸ਼ਾਫਟ ਦਿਓ, ਤਾਂ ਕਿ ਨਾ ਹੋਊਗਾ ਤੇ ਨਾ ਕੋਈ ਚਲਾਊਗਾ। ਅੱਛਾ ਉਹ ਮਜ਼ਾਰੇ ਜਿਹੜੇ ਸੀ ਉਹ ਬਰਾਸ ਕੱਸ ਰਹੇ ਹੋਣ ਟਿਊਬਲ ਦੀ? ਹੈਂ ਟਿਊਬਲ ਦੀ? ਹਾਂ। ਅੱਛਾ ਉਹ ਮੈਂ ਕਿਹਾ ਵੀ ਮੈਂ ਇਹਨਾਂ ਦੇ ਨੇੜੇ ਟਰੈਕਟਰ ਬੈਕ ਕਰਕੇ ਤੇ ਲਾਉਣਾ ਹਾਂ ਹਾਂ ਤੇ ਇਹ ਆ ਵੀ ਇਹ ਲੈਟ ਦੇ ਉੱਤੇ ਕੱਸ ਲੈਣਗੇ ਜਲਦੀ। ਅੱਛਾ ਮਗਰ ਸ਼ਾਫਟ ਵੀ ਪਾਈ ਸੀ ਉਵੇਂ ਹੀ ਅੱਛਾ ਟਰੈਕਟਰ ਦੇ। ਹਾਂ ਹਾਂ ਜਿਸਲੇ ਮੈਂ ਬੈਕ ਕਰਨ ਲੱਗਾ ਨਾ ਟਰੈਕਟਰ ਟੂਬਲ ਜੋੜਨ ਵਾਸਤੇ, ਟੂਬਲ ਦੇ ਕੋਲ ਜਾਣ ਵਾਸਤੇ, ਯਾਨੀ ਜੋੜਨਾ ਹੀ ਸੀ ਉੱਥੇ। ਹਾਂ ਟੂਬਲ ਦਾ ਤਾਂ ਖੂਹ ਹੁੰਦਾ ਨਾ ਕਾਫੀ ਗਹਿਰਾ ਮਾਮੂ? ਉੱਥੇ ਤਕਰੀਬਨ 10-12 ਫੁੱਟ ਯਾਨੀ 10-12 ਫੁੱਟ ਖੂਹ ਸੀਗਾ ਜ਼ਮੀਨ ਦੇ ਵਿੱਚ, ਜ਼ਮੀਨ ਦੇ ਵਿੱਚ, ਜਿੱਥੇ ਟਰੈਕਟਰ ਲਾਉਣਾ ਸੀ ਰਿਵਰਸ ਕਰਕੇ ਹੈ ਨਾ? ਨਹੀਂ ਉੱਥੇ ਨਹੀਂ ਸੀ ਜਾਣਾ, ਉਹ ਸ਼ਾਫਟ ਉੱਤੇ ਲੱਗੀ ਹੁੰਦੀ ਹੈ ਨਾ। ਅੱਛਾ ਅੱਛਾ ਉੱਤੇ ਪੁਲੀਆਂ ਉੱਤੇ ਹੁੰਦੀਆਂ ਹੈਗੀਆਂ, ਪੱਖਾ ਥੱਲੇ ਹੁੰਦਾ ਫਿਰ ਉੱਤੋਂ ਪੱਟਾ ਥੱਲੇ ਜਾਂਦਾ ਨਾ। ਨਹੀਂ ਨਹੀਂ ਮਤਲਬ ਕਿ ਰਿਵਰਸ ਕਰਕੇ ਉਹਦੇ ਕੋਲ ਹੀ ਲਾਣਾ ਸੀ ਨਾ ਟੂਬਲ, ਖੂਹ ਦੇ? ਖੂਹ ਦੇ ਨਾਲ ਲਾਣਾ ਸੀ, ਪਟੜੀ ਤੋਂ ਲਾ ਕੇ ਥੱਲੇ ਬਿਲਕੁਲ। ਅੱਛਾ ਮੋਰਲੇ ਅੱਛਾ ਪਈਏ ਪਟੜੀ ਦੇ ਨਾਲ ਤਕਰੀਬਨ, ਤੇ ਪਿਛਲੇ ਜਿਹੜੇ ਸੀ ਪਿਛਾ ਹੋਣੇ। ਹਾਂਜੀ ਠੀਕ ਹੋ ਗਿਆ। ਤੋਂ ਉਤਰਾਈ ਤੇ ਲੈਣੀ ਸੀ ਥੱਲੇ ਨੂੰ। ਹਾਂਜੀ ਜਿਸਲੇ ਮੈਂ ਬੈਕ ਕੀਤਾ ਨਾ ਹਾਂ ਤੇ ਪੈਰ ਬ੍ਰੇਕ ਤੇ ਰੱਖੇ ਤੇ ਰੇਸ ਤੋਂ ਪੈਰ ਚੁੱਕ ਲਿਆ, ਅੱਛਾ ਲੇਕਿਨ ਹਾਂ ਕਿਉਂ ਉਤਰਾਈ ਸੀ ਪਿਛਾ ਨੂੰ। ਹਾਂਜੀ ਲੇਕਿਨ ਜਾਂ ਕਲਚ ਛੱਡਿਆ ਤੇ ਗੱਡੀ ਦੀ ਸਪੀਡ ਮੈਂ ਹਾਈ ਗੇਅਰ 'ਚ ਵੀ ਨਹੀਂ ਦੇਖੀ ਟਾਪ ਦੇ ਵਿੱਚ ਇੰਨੀ, ਕਿ ਜਿੰਨਾ ਉਹ ਬੈਕ ਬ੍ਰੇਕ ਤੇ ਪੈਰ ਰੱਖਿਆ ਤੇ ਯਾਨੀ ਕਿ ਭੱਜਾ। ਓਏ ਹੋਏ ਹੋਏ ਹੋਏ। ਯਾਨੀ ਉਹ ਜਿਸਲੇ ਮੁੜਿਆ ਥੱਲੇ ਨੂੰ ਨਾ, ਮੈਂ ਮੋੜਿਆ ਹਾਂਜੀ ਪਟੜੀ ਤੋਂ, ਹਾਂਜੀ ਤੇ ਮੇਰੇ ਮੂੰਹ ਦੇ ਵਿੱਚੋਂ ਅਚਾਨਕ ਅੱਲਾ ਵੱਲੋਂ ਨਿਕਲਿਆ ਉਹ ਬੇਲੀਆਂ ਨੇ ਵੀ ਤੁਸੀਂ ਬਚ ਜਾਓ। ਅੱਛਾ ਉਹ ਜਿਹੜੇ ਪਿੱਛੇ ਬਰਾਸ ਕੱਸ ਰਹੇ, ਯਾਨੀ ਟਰੈਕਟਰ ਜਿਹੜਾ ਤੁਹਾਡੀ ਵਸ ਚੋਂ ਬਾਹਰ ਹੋ ਗਿਆ, ਉਹ ਯਾਨੀ ਉਹਦੀ ਸਪੀਡ ਹੀ ਇੰਨੀ। ਸਪੀਡ ਇੰਨੀ ਤੇਜ਼ ਹੋ ਗਈ, ਹਾਲਾਂਕਿ ਟਰੈਕਟਰ ਇੰਨਾ ਭੱਜਦਾ ਨਹੀਂ ਹੁੰਦਾ। ਹਾਂ ਯਾਨੀ ਬੈਕ ਉਹ ਵੀ, ਤੇ ਮੈਂ ਬ੍ਰੇਕ ਤੇ ਪੈਰ ਰੱਖਿਆ, ਰੇਸ ਤੇ ਪੈਰ ਹੀ ਕੋਈ ਨਹੀਂਗਾ। ਹਾਂ ਯਾਨੀ ਤੁਸੀਂ ਬ੍ਰੇਕ ਵੀ ਦਬਾਈ ਹੋਈ, ਫਿਰ ਵੀ ਟਰੈਕਟਰ ਜਿਹੜਾ ਰਿਵਰਸ ਭੱਜ ਪਿਆ ਫੁੱਲ ਸਪੀਡ 'ਚ। ਫੁੱਲ ਸਪੀਡ ਦੇ ਵਿੱਚ ਉਹ ਮੈਂ ਉਹਨਾਂ ਨੂੰ ਆਖਦਾ, ਮੈਂ ਕਿਹਾ ਵੀ ਬਚ ਜਾਓ। ਹਾਂ ਉਹ ਜਿਹੜੀ ਥੜੀ ਸੀ ਨਾ ਆਪਣੀ ਸ਼ਾਫਟ ਦੇ ਵਾਸਤੇ ਸ਼ਾਫਟ ਵਾਲੀ ਹਾਂਜੀ ਥੜੀ ਬਣੀ ਹੁੰਦੀ ਹੈ। ਬਣੀ ਆ, ਹਾਂਜੀ ਹਾਂਜੀ ਉਹਨਾਂ ਦੇ ਉਹਲੇ ਬਹਿ ਗਏ। ਜੇ ਖੜੇ ਹੁੰਦੇ ਤੇ ਹੋ ਸਕਦਾ ਮਗਰ ਸ਼ਾਫਟ ਸੀ ਕਿਸ ਦੇ ਵਿੱਚ ਦੀ ਲੰਘ ਜਾਂਦੀ। ਅੱਛਾ ਜੀ ਅੱਲਾ ਪਾਕ ਨੇ ਉਹਨਾਂ ਨੂੰ ਵੀ ਬਚਾ ਲਿਆ। ਅੱਛਾ
ਉਹ ਜਾ ਕੇ ਟਰੈਕਟਰ ਜਿਸਲੇ ਉਹਦੇ ਵਿੱਚ ਵੱਜਾ ਹਾਂਜੀ ਟਾਇਰ ਅੱਛਾ ਥੜੀ ਦੇ, ਥੜੀ ਚ ਅੱਛਾ ਹਾਂ ਮੂੰਹ ਟਰੈਕਟਰ ਦਾ ਚੜਦੇ ਨੂੰ ਅੱਛਾ ਤੇ ਜ਼ਮੀਨ ਤੋਂ ਕੋਈ 4 ਚੜਦੇ ਮਤਲਬ ਜਦੋਂ ਸੂਰਜ ਇਸ ਸਾਈਡ ਤੋਂ ਹੁੰਦਾ ਉਸ ਸਾਈਡ ਨੂੰ ਹੋ ਗਿਆ ਸਾਈਡ ਤੋਂ, ਕਿਉਂਕਿ ਦੱਖਣ ਕੁਤਬ ਸੀ ਨਾ, ਪਿਛਾੜੀ ਕੁਤਬ ਨੂੰ ਸੀ ਤੇ ਮੂੰਹ ਦੱਖਣ ਨੂੰ ਸੀ ਜਿਸਲੇ ਮੈਂ ਲਾਉਣ ਲੱਗਾ ਉਹਨੂੰ। ਅੱਛਾ ਅੱਛਾ ਠੀਕ ਹੋ ਉਹ ਗਿਆ ਥੜੀ 'ਚ ਵੱਜ ਕੇ ਤੇ ਟਰੈਕਟਰ ਮਤਲਬ ਐਡੀ ਜਲਦੀ ਘੁੰਮਿਆ, ਘੁੰਮ ਗਿਆ ਗੱਲ ਕਰਦੀ ਨੂੰ ਤਾਂ ਬਹੁਤ ਦੇਰ ਹੋ ਗਈ। ਅੱਛਾ ਉਹਨੇ ਨਾ ਵਕਫਾ ਹੀ ਨਹੀਂ ਲਾਇਆ, ਯਾਨੀ ਸੋਚਣ ਸਮਝਣ ਦਾ ਕੋਈ ਉਹਨੇ ਨਾ, ਮੌਕਾ ਹੀ ਨਾ, ਨਹੀਂ ਦਿੱਤਾ ਹੈ ਹੀ ਨਹੀਂ ਸੀਗਾ। ਇਸ਼ਾਰਿਆਂ ਦੀ ਗੱਲ ਜਿਵੇਂ ਹੁੰਦੀ ਹੈ, ਅੱਛਾ ਉਹ ਯਾਨੀ ਕਿ ਉੱਠਿਆ, ਉੱਠ ਕੇ ਮੂੰਹ ਉਹਦਾ ਚੜਦੇ ਨੂੰ ਅੱਛਾ ਤੇ ਪਿਛਾੜੀ ਲੈਂਦੇ ਨੂੰ, ਅੱਛਾ ਅੱਗੋਂ ਉਲਟਾ ਹੋਇਆ ਬਾਹਰੋਂ ਹੀ ਅੱਛਾ ਜ਼ਮੀਨੋਂ 4 ਫੁੱਟ ਉੱਠ ਕੇ ਹਾਂਜੀ ਚੁੱਕ ਕੇ, ਯਾਨੀ ਕਿ ਉਹ ਗਿਆ ਖੂਹ ਦੇ ਵਿੱਚ ਥੱਲੇ ਓਏ ਹੋਏ ਟਰੈਕਟਰ ਟਰੈਕਟਰ। ਤੇ ਤੁਸੀਂ ਮੈਂ ਉਹਦੇ ਉੱਤੇ ਸੀ। ਓਏ ਹੋਏ 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 ਜਿਸਲੇ ਉੱਤੋਂ ਥੱਲੇ ਨੂੰ ਤੁਰਿਆ ਤੇ ਮੇਰੇ ਜ਼ਿਹਨ 'ਚ ਮਾੜਾ ਜਿਹਾ ਖਿਆਲ ਆਇਆ ਹਾਂ ਕਿ ਪਤਾ ਨਹੀਂ ਅੱਜ ਅਜ਼ਰਾਈਲ ਅਲੈਹਿਸਲਾਮ ਮੇਰੇ ਨਾਲ ਹੀ ਖੜੇ ਆ ਰਹੇ ਸੀ। ਓਏ ਹੋਏ 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 ਅੱਲਾਹ ਵਾਹ ਅਚਾਨਕ ਫਿਰ ਅੱਲਾ ਵੱਲੋਂ ਜਿਵੇਂ ਜਿਹਨੂੰ ਰੱਬ ਰੱਖੇ ਉਹਨੂੰ ਮਾਰੇ ਕੌਣ, ਬਿਲਕੁਲ ਜੀ ਬਿਲਕੁਲ ਅੱਲਾਹ ਤਾਲਾ ਨੇ ਜ਼ਿੰਦਗੀ ਦਿੱਤੀ ਹੁੰਦੀ ਨਾ ਤਾਂ ਅੱਲਾਹ ਤਾਲਾ ਜਿਹੜਾ ਸੌ ਸਬੱਬ ਬਣਾਉਂਦਾ ਸਬੱਬ ਬਣਾ ਦਿੰਦਾ। ਮੈਨੂੰ ਨਹੀਂ ਪਤਾ ਕਿ ਮੇਰੀਆਂ ਬਗਲਾਂ ਦੇ ਥੱਲੇ ਹਾਂਜੀ ਮੈਨੂੰ ਇੰਨਾ ਮਹਿਸੂਸ ਹੋਇਆ ਵੀ ਜਿਵੇਂ ਹੱਥ ਪਏ ਹੁੰਦੇ ਕਿਸੇ ਦੇ। ਅੱਛਾ ਯਾਨੀ ਤੁਸੀਂ ਖੂਹ ਜੋ ਟਰੈਕਟਰ ਡਿੱਗਿਆ ਡਿੱਗਣ ਦੇ ਉੱਤੇ ਜਾ ਰਿਹਾ ਥੱਲੇ ਨੂੰ, ਥੱਲੇ ਜੋ ਜਾ ਰਿਹਾ ਤਾਂ ਉਦੋਂ ਤੁਹਾਨੂੰ ਮਹਿਸੂਸ ਹੋਇਆ ਕਿ ਜਿਵੇਂ ਤੁਹਾਨੂੰ ਕਿਸੇ ਨੇ ਕਿ ਬਗਲਾਂ ਦੇ ਥੱਲੇ ਬਾਹਾਂ ਤੋਂ ਫੜਿਆ, ਤੁਹਾਨੂੰ ਕਿਸੇ ਨੇ ਬਾਹਾਂ ਤੋਂ ਨਹੀਂ, ਇਹ ਬਗਲਾਂ ਬਗਲਾਂ ਤੋਂ ਥੱਲੇ ਛਾਤੀ ਨੂੰ ਹੱਥ ਪਾਏ ਨੇ, ਛਾਤੀ ਨੂੰ ਹੱਥ ਇੱਕ ਪਾਇਆ ਉਧਰ ਤੇ ਕੁਦਰ, ਯਾਨੀ ਜਿਵੇਂ ਹੱਥ ਪਿਆ ਹੁੰਦਾ ਬੰਦੇ ਨੂੰ ਮਹਿਸੂਸ ਹੁੰਦੀ ਨਾ ਕੋਈ ਸ਼ੈ, ਹਾਂਜੀ। ਯਾਨੀ ਹੱਥ ਸੀ ਉਹ, ਇਹ ਨਹੀਂ ਪਤਾ ਹੁਣ ਕਿਵੇਂ ਸੀ, ਠੀਕ ਹੈ ਨਹੀਂ ਮਹਿਸੂਸ ਕੀਤਾ ਤੁਸੀਂ ਮਹਿਸੂਸ ਕੀਤਾ ਜਿਵੇਂ ਹੱਥ ਹੁੰਦੇ ਨੇ। ਅੱਛਾ ਤੇ ਟਰੈਕਟਰ ਜਿਹੜਾ ਉਹ ਖੱਬੇ ਬੰਨੇ ਡਿੱਗ ਪਿਆ ਅੱਛਾ ਨਾਲ ਦੇ, ਅੱਛਾ ਤੇ ਮੈਂ ਵਿੱਚੋਂ ਕੱਢ ਕੇ ਤੇ ਡਿਲੀਵਰੀ ਦੇ ਉੱਤੇ ਸੱਜੇ ਬੰਨੇ ਜਾ ਕੇ ਡਿੱਗਿਆ, ਸਿਰ ਭਾਰ ਮਣਕੀ ਭਾਰੀਆਂ ਨੇ ਮੁੱਦਾ ਹੀ ਗਿਆ ਤੁਸੀਂ ਮੈਂ। ਅੱਛਾ ਮੇਰਾ ਮੋਢਾ ਜਿਹੜਾ ਇਹ ਜਾ ਕੇ ਪੁਲੀ ਦੇ ਉੱਤੇ ਲੱਗਾ, ਅੱਛਾ ਜਿਹੜੀ ਪਟਾ ਜਿਹਨੂੰ ਪੱਖੇ ਵਾਲੀ ਪੁਲੀ ਹੁੰਦੀ ਹੈ ਨਾ, ਹਾਂਜੀ ਹਾਂਜੀ ਉਹਦੇ ਉੱਤੇ ਲੱਗਾ। ਅੱਛਾ ਤੇ ਜਿਸਲੇ ਲੱਗਾ ਤੇ ਮੈਂ ਉੱਠਿਆ ਛੇਤੀ ਨਾਲ, ਅੱਛਾ ਅੱਲਾਹ ਪਾਕ ਦਾ ਕਰਿਸ਼ਮਾ, ਸੱਟ ਤੇ ਲੱਗੀ, ਬਾਜ਼ੂ ਤੇ ਮੇਰਾ ਫੁੱਲ ਗਿਆ। ਅੱਛਾ ਬਾਜ਼ੂ ਤੇ ਚੋਟ ਲੱਗੀ ਤੁਹਾਡੇ ਵੈਸੇ? ਉਹ ਪੁਲੀ ਦੇ ਉੱਤੇ ਜੂ ਲੱਗਾ। ਹਾਂਜੀ ਹਾਂਜੀ ਅੱਜ ਹੁਣ ਦਰਦ ਮਹਿਸੂਸ ਕਰਦਾ, ਹੁਣ ਮਤਲਬ ਕੱਪੜਾ ਵੀ ਤਾਂ ਚੱਕਾਂ ਤੇ ਐ ਕਰਕੇ ਨਹੀਂ ਚੁੱਕ ਹੁੰਦਾ, ਅੱਛਾ ਕੋਲ ਦੀ ਆਉਂਦਾ, ਯਾਨੀ ਕਿ ਉਹ ਪੱਠਾ ਜਿਹੜਾ ਡਾਊਨ ਹੋ ਗਿਆ। ਕਿੰਨੇ ਸਾਲ ਹੋ ਗਏ ਮਾਮੂ ਚੋਟ ਲੱਗੀ ਨੂੰ, ਇਹ ਵਾਕਿਆ ਨੂੰ? ਤਕਰੀਬਨ 95 96 ਦੀ ਗੱਲ ਆ, 96 ਯਾਨੀ 1996 ਦੀ ਗੱਲ ਆ 96 ਦੀ। ਤੇ 2024 ਆ, 6 ਹੋ ਗਏ 10 16 ਦੇ ਹੋ ਗਿਆ 20 ਸਾਲ, 20 ਤੇ 4 24 ਤੇ 4 28 ਸਾਲ ਪਹਿਲੇ ਦੀ ਗੱਲ ਆ। ਹਾਂ ਓਏ ਨਹੀਂ, ਤੱਕ 28 ਨਹੀਂ, ਇਹ 95 96 ਦੀ ਹੈ। ਨਹੀਂ ਨਹੀਂ ਮਤਲਬ ਟੋਟਲ 28 ਸਾਲ ਬਣਦੇ ਨਾ ਮਾਮੂ। ਹਾਂ ਤੇ ਯਾਨੀ ਕਿ ਉਦੋਂ ਦੀ ਉਹ ਚੋਟ ਤੁਹਾਡੇ ਲੱਗੀ ਹੋਈ ਮੋਢੇ ਤੇ, ਯਾਨੀ ਕਿ ਸ਼ੋਲਡਰ ਤੇ, ਤੋਂ ਅੱਜ ਵੀ ਤੁਹਾਨੂੰ ਦਰਦ ਮਹਿਸੂਸ ਹੁੰਦੀ ਹੈ? ਅੱਗੇ ਘੱਟ ਸੀ, ਯਾਨੀ ਹੁਣ ਮਹਿਸੂਸ ਹੋਣ ਲੱਗੇ? ਆਪ ਵੀ ਜ਼ਰਾ ਵਾਵਾ ਸੀ ਉਦੋਂ। ਹਾਂਜੀ ਯਾਨੀ ਕਿ ਜਿਵੇਂ ਹੁਣ ਉਮਰ ਗੁਜ਼ਰਦੀ ਜਾ ਰਹੀ ਹੈ ਮਹਿਸੂਸ ਹੁੰਦੀ ਦਰਦ ਹਲੇ ਵੀ ਹੁੰਦੀ ਹੈ, ਮਤਲਬ ਹੁਣ ਮੈਂ ਮੁੱਦਾ ਹੋ ਗਈ, ਰਾਇਆ ਵੱਢਾਂ ਕੋਸ਼ਿਸ਼ ਕਰਾਂ, ਹਾਂਜੀ ਹਾਂਜੀ ਬਾਜ਼ੂ ਜਵਾਬ ਦਿੰਦਾ। ਅੱਛਾ ਅੱਛਾ ਫਿਰ ਕੀ ਹੋਇਆ ਮਾਮੂ ਜੋ ਡਿੱਗੇ ਫਿਰ ਉਸੇ? ਉਹ ਜਦੋਂ ਡਿੱਗੇ ਮੈਨੂੰ ਸੱਜੇ ਬੰਨੇ ਸਿੱਟਿਆ ਗਿਆ, ਅੱਛਾ ਟਰੈਕਟਰ ਖੱਬੇ ਬੰਨੇ ਗਿਆ। ਠੀਕ ਹੋ ਗਿਆ। ਟਰੈਕਟਰ ਇੰਨਾ ਕਿ ਡਿੱਗਿਆ ਸੀ ਜਾ ਕੇ ਕਿ ਉਹਦੀ ਸੀਟ ਜਿਹੜੀ ਸੀ ਨਾ ਹਾਂਜੀ ਟਰੈਕਟਰ ਦੀ ਉਹ ਜ਼ਮੀਨ 'ਚ ਖੁੱਭ ਗਈ ਸੀ। ਅੱਛਾ ਯਾਨੀ ਕਿ ਜ਼ਮੀਨ ਦੇ ਵਿੱਚ ਸੀਟ ਖੁੱਭ ਗਈ ਉਹਦੀ, ਇੰਨੀ ਜ਼ੋਰ ਕੇ ਵੱਜਿਆ। ਖੁੱਭ ਗਈ। ਤੇ ਵਜ਼ਨ ਕਿੰਨਾ ਕੁ ਹੁੰਦਾ ਮਾਮੂ ਟਰੈਕਟਰ ਦਾ ਭਲਾ? 50 ਤੋਂ 52 ਮਣ, ਯਾਨੀ 52 ਮਣ ਵਜ਼ਨ ਹੁੰਦਾ। 52 ਮਣ ਦਾ ਟਰੈਕਟਰ ਜਦੋਂ ਜਾ ਕੇ ਵੱਜਿਆ ਤੇ ਉਹ ਜ਼ਮੀਨ ਜ਼ਾਹਰੀ ਗੱਲ ਮਾਮੂ ਸੀ, ਉਹਦੀ ਸੀਟ ਤੇ ਫਿਰ ਜ਼ਮੀਨ ਦੇ ਵਿੱਚ ਜਿਹੜੀ ਜਾਣੀ ਸੀ ਜ਼ਾਹਰੀ ਗੱਲ। ਹਾਂ ਇੱਥੇ ਵੀ ਅੱਲਾਹ ਪਾਕ ਦਾ ਇੱਕ ਹੋਰ ਕਰਿਸ਼ਮਾ ਜਿਹੜਾ ਆਇਆ, ਉਹ ਅਜੀਬੋ ਗਰੀਬ ਆਇਆ। ਕੀ? ਮੈਂ ਕੁਰਬਾਨ ਜਾਵਾਂ ਉਸ ਜ਼ਾਤ ਪਾਕ ਦੇ, ਅੱਲਾਹ ਪਾਕ ਦੇ। ਬਿਲਕੁਲ ਜੀ ਹਾਂ, ਉਹਦੇ ਵਸਾਇਲ ਦੇ, ਬਿਲਕੁਲ ਜੀ। ਕਿ ਟਰੈਕਟਰ ਇੰਜ ਡਿੱਗਿਆ, ਮੈਂ ਇੰਜ ਡਿੱਗਿਆ। ਹਾਂਜੀ ਹਾਲਾਂਕਿ ਲੋਹੇ ਦੇ ਉੱਤੇ ਜਾ ਕੇ ਬੰਦਾ 10 ਫੁੱਟ ਤੋਂ ਥੱਲੇ ਡਿੱਗੇ ਹਾਂਜੀ ਤੇ ਉਹ ਬਚਦਾ ਹੀ ਕੁਛ ਨਹੀਂਗਾ। ਕੋਈ ਸ਼ੈ ਉਹ ਤੇ ਉਹ ਕੀ ਕਹਿੰਦੇ ਨੇ, ਕੀਮਾ ਵੀ ਮੈਂ ਹਾਲ ਕਿ ਉਹ ਕੀਮੇ ਤੋਂ ਹੀ ਬੰਦਾ ਬੁਰਾ ਹਾਲ ਹੋ ਜਾਂਦਾ, ਜ਼ਿਆਦਾ ਬੁਰਾ ਹਾਲ। ਅੱਲਾਹ ਪਾਕ ਦਾ ਐਡੀ ਰਹਿਮਤ ਤੇ ਐਡੀ ਕਰਮ। ਯਾਨੀ ਤੁਸੀਂ ਮਾਮੂ ਮੇਰੇ ਹਿਸਾਬ ਇਹੀ ਲਾਇਆ ਨਾ, ਤੁਸੀਂ ਕਹਿ ਰਹੇ ਕਿ ਤੁਸੀਂ ਤੋਂ ਡਿੱਗ ਨੀਚੇ ਜਾ ਰਹੇ ਹੋ, ਤੁਹਾਨੂੰ ਮਹਿਸੂਸ ਕੀਤਾ ਜਿਵੇਂ ਤੁਹਾਨੂੰ ਕਿਸੇ ਨੇ ਯਾਨੀ ਕਿ ਵਿੱਚੋਂ ਕੱਢਿਆ ਪਕੜਿਆ, ਕਿ ਜਿਵੇਂ ਤੁਹਾਨੂੰ ਮਹਿਸੂਸ ਹੋਇਆ ਕਿ ਤੁਹਾਨੂੰ ਇੱਥੋਂ ਯਾਨੀ ਕਿ ਬਗਲਾਂ ਦੇ ਵਿੱਚੋਂ ਕਿਸੇ ਨੇ ਹੱਥ ਪਾਇਆ। ਠੀਕ ਹੋ ਗਿਆ। ਅੱਲਾਹ ਪਾਕ ਜਿਹਨੂੰ ਰੱਖੇ, ਗੱਲ ਸਿਰਫ ਇੰਨੀ ਮਾਮੂ ਜੀ। ਅੱਛਾ ਉਹ ਫਿਰ ਵਸਾਇਲ ਆਪੇ ਬਣਾ ਲੈਂਦਾ। ਅੱਛਾ ਤੇ ਫਿਰ ਮੈਂ ਉੱਤੇ ਸੀ, ਅੱਲਾ ਦਿੱਤਾ ਉਹ ਰਾਹ ਮੁਜ਼ਾਰਾ। ਅੱਛਾ ਤੇ
ਮਾਲਕ ਦਾ ਭਰਾ ਚੌਧਰੀ ਅਰਸ਼ਦ, ਉਹਦਾ ਭਰਾ ਸੀ ਅਸਗਰ, ਉਸ ਟਾਈਮ ਮੌਜੂਦ ਮੌਕੇ ਤੇ? ਉਹ ਵੀ ਉੱਥੇ ਸੀ। ਅੱਛਾ ਦੋ ਮਜ਼ਾਰੇ ਸੀਗੇ। ਅੱਛਾ ਅੱਛਾ। ਅਸਗਰ ਉਹ ਆਪਣਾ ਅੱਲਾ ਦਿੱਤਾ ਹਾਂ ਹਾਂ। ਖਰਲ। ਅੱਛਾ, ਅੱਲਾ ਦਿੱਤਾ ਖਰਲ ਨਾਮ ਸੀ ਉਹਦਾ? ਉਹ ਖਰਲ ਕੌਮ ਦੇ ਸੀ। ਅੱਛਾ, ਕੌਮ ਖਰਲ ਸੀ ਉਹ। ਕੌਮ ਅੱਛਾ ਖਰਲ ਠੀਕ ਸੀ। ਹੋ ਗਿਆ। ਪਰ ਆਪਣੇ ਦਿਲੋਂ ਪਾਰਦੇ ਸੀਗੇ। ਅੱਛਾ ਅੱਛਾ। ਉਹ ਉਸਨੇ ਮੌਜੂਦ ਸੀ ਕਿ ਮਜ਼ਾਰੇ ਸੀ ਇਹਨਾਂ ਦੇ, ਉਹਨਾਂ ਨੇ ਕਰਨਾ ਸੀਗਾ। ਹਾਂਜੀ ਹਾਂਜੀ। ਉਹਦਾ ਸਾਂਢੂ ਸੀਗਾ, ਦੋ ਉਹ ਸੀ, ਹਾਂ ਹਾਂ। ਇੱਕ ਚੌਧਰੀ ਸੀਗਾ ਹਾਂਜੀ। ਅਸਗਰ, ਅੱਛਾ, ਚੌਧਰੀ ਅਸਗਰ, ਅਰਸ਼ਦ ਦਾ ਭਾਈ। ਅਰਸ਼ਦ ਦਾ ਭਾਈ। ਅੱਛਾ। ਉਹ ਉਸਲੇ ਜਿਸਲੇ ਮੈਂ ਡਿੱਗਿਆ ਤਾਂ ਉਸਲੇ ਅੱਲਾ ਇੱਥੇ ਜਿਹੜਾ ਸੀ ਨਾ, ਹਾਂਜੀ। ਉਹ ਕਹਿਣ ਲੱਗਾ ਉਸਤਾਦ ਗਿਆ, ਯਾਨੀ ਖਤਮ ਹੋ ਗਿਆ। ਜ਼ਾਹਿਰ ਹੈ ਜਦੋਂ ਤੁਸੀਂ ਹੁਣ ਟਿਊਬਵੈਲ ਦੇ ਵਿੱਚ ਡਿੱਗੇ ਜੇ ਟਰੈਕਟਰ ਸਮੇਤ, ਉਹ ਦਿਲ 'ਚ ਉਹਨੇ ਸੋਚਣਾ ਲੋ ਜੀ ਕਿ ਮਤਲਬ ਕਿ ਉਸਤਾਦ ਗਿਆ, ਲੇਕਿਨ ਅੱਲਾਹ ਪਾਕ ਦੀ ਜਿਹੜੀ ਸ਼ਾਨ, ਅੱਲਾਹ ਪਾਕ ਦੀ ਸ਼ਾਨ ਤੇ ਉਹਦੀਆਂ ਰਹਿਮਤਾਂ, ਮੈਂ ਉਸੇ ਵੇਲੇ ਨਾ ਵਿੱਚੋਂ ਉੱਠ ਕੇ ਹਾਂਜੀ, ਖੜਾ ਕਰਨ ਵਾਲਿਆਂ ਕਰ ਦਿੱਤਾ। ਅੱਛਾ ਮੈਂ ਖੜਾ ਸੀਗਾ ਅੱਛਾ, ਤੇ ਬਾਹਰਲਿਆਂ ਦੀਆਂ ਗੱਲਾਂ ਸੁਣਦਾ ਸੀ। ਐਵੇਂ ਸੁਣ ਰਹੇ ਜੋ ਗੱਲਾਂ ਪਤਾ ਕਰਦੇ ਪਏ ਹੋ? ਕਰਦੇ ਸੀਗੇ। ਉਹਨਾਂ ਦੇ ਵਿੱਚ ਧੂੜ ਉੱਭਰੀ ਸੀ, ਮਿੱਟੀ ਉੱਭਰੀ ਸੀਗੀ। ਜੀ ਜੀ। ਉਹ ਅੱਲਾਹ ਤਾਂ ਕਹਿੰਦਾ ਕਿ ਉਸਤਾਦ ਗਿਆ, ਅੱਛਾ। ਖਤਮ ਹੋ ਗਿਆ। ਹੂੰ। ਤੇ ਉਹ ਜਿਹੜਾ ਮਾਲਕ ਸੀ ਨਾ, ਹਾਂਜੀ। ਮਾਲਕ ਦਾ ਭਾਈ ਚੌਧਰੀ ਅਰਸ਼ਦ ਦਾ ਜੀ ਜੀ ਅਸਗਰ, ਜੀ ਜੀ। ਉਹ ਕਹਿੰਦਾ ਮੇਰੀ ਤੇ ਸ਼ੂਗਰ ਬੜੀ ਹਾਈ ਹੋ ਗਈ ਆ। ਅੱਛਾ। ਉਹ ਕਹਿੰਦਾ ਬਹਿਣ ਚੋਦ ਨਾ ਹੋਵੇ, ਤੈਨੂੰ ਸ਼ੂਗਰ ਦੀ ਪਈ ਆ। ਉਧਰ ਉਸਤਾਦ ਮਰ ਗਿਆ, ਉਹਨੇ ਮੈਨੂੰ ਉੱਤੇ ਖੜੋਤਾ ਵੇ ਮਾਉਣ ਦੇ, ਅੱਛਾ ਖੜੋ ਕੇ ਤੇ ਉਹਨੇ ਹਾਕ ਮਾਰੀ। ਅੱਛਾ, ਤੁਹਾਨੂੰ ਆਵਾਜ਼ ਮਾਰੀ ਉਹਨੇ? ਆਵਾਜ਼ ਮਾਰੀ, ਮੈਂ ਆਵਾਜ਼ ਸੁਣੀ ਆ, ਖੜਾ ਆ, ਅੱਛਾ। ਲੇਕਿਨ ਆਵਾਜ਼ ਦੇਣ ਦਾ ਮੈਨੂੰ ਹੌਸਲਾ ਨਹੀਂ ਪਿਆ। ਹੌਸਲਾ ਨਹੀਂ ਪਿਆ ਕਿਉਂਕਿ ਵਾਕਈ ਕੈਸਾ ਹੋਇਆ ਨਾ ਅਚਾਨਕ। ਮੈਂ ਆਵਾਜ਼ ਉਹਨੂੰ ਨਹੀਂ ਦਿੱਤੀ। ਅੱਛਾ। ਤੇ ਫਿਰ ਉਹਨੇ ਦੂਸਰੀ ਆਵਾਜ਼ ਮਾਰੀ ਆ। ਅੱਛਾ। ਮੈਂ ਹੌਸਲੇ ਵੀ ਖੜਾ, ਅੱਗੇ ਨਾ ਵੀ ਹੋਸ਼ 'ਚ ਆ। ਹਾਂਜੀ। ਮੈਂ ਆਵਾਜ਼ ਉਹਨੂੰ ਫਿਰ ਨਹੀਂ ਦਿੱਤੀ ਤੇ ਉਹ ਕਹਿੰਦਾ ਉਸਤਾਦ ਮਰ ਗਿਆ। ਓਏ ਹੋਏ ਹੋਏ। ਇਹ ਗੱਲ ਉਹ ਕਹਿ ਰਿਹਾ ਆਦਮੀ, ਅੱਲਾਹ ਹਾਂਜੀ। ਦਾ ਖਰਨ। ਅੱਲਾਹ ਤਾਂ ਕਰ ਲਾ। ਜਿਸਲੇ ਫਿਰ ਉਹਨੇ ਤੀਸਰੀ ਆਵਾਜ਼ ਮਾਰੀ ਆ ਨਾ, ਹਾਂਜੀ। ਕਹਿੰਦਾ ਉਸਤਾਦ, ਉਸਲੇ ਮੈਨੂੰ ਆਵਾਜ਼ ਦਿੱਤੀ ਹਾਂ। ਅੱਛਾ, ਫਿਰ ਉਹਨੂੰ ਕੋਈ ਹੌਸਲਾ ਹੋਇਆ ਹੋਣਾ, ਜ਼ਾਹਰੀ ਗੱਲ। ਮੈਂ ਆਵਾਜ਼ ਮੂੰਹ ਚੋਂ ਹਾਂ ਕੱਢੀ, ਉਹਨੇ ਸਾਈਡ ਦੀ ਮਤਲਬ ਖੜੋ ਕੇ ਤੇ ਛਾਲ ਠੋਕੀ ਆ ਵਿੱਚ। ਅੱਛਾ, ਡਿਰੈਕਟ ਛਾਲ ਮਾਰਦੀ ਉਹਨੇ ਉਹਨੇ ਛਾਲ ਮਾਰੀ ਆ। ਬਿਨਾਂ ਵੇਖੇ ਥੱਲੇ ਕੀ ਹੈ ਕੀ ਨਹੀਂ, ਕੀ ਹੋਇਆ? ਆ ਕੀ ਹੋਇਆ? ਓਏ ਹੋਏ ਹੋਏ। ਧੂੜ ਜੀ ਉਭਰੀ ਸੀ, ਕਿ ਦਿਨ ਰਾਤ ਦਾ ਪਤਾ ਤੇ ਸੀ ਨਾ ਵੀ ਆਹ ਕੁਝ ਇੱਥੇ ਹੈਗਾ। ਅੱਛਾ ਹਾਂ। ਅੱਛਾ, ਟਾਈਮ ਵੀ ਰਾਤ ਦਾ ਮਾਮੂ? ਰਾਤ ਦਾ 8। ਹਾਲਾਂਕਿ ਕੋਈ ਚੀਜ਼ ਜੇ ਡਿੱਗੇ ਨਾ, ਧੂੜ ਘੱਟਾ ਤਾਂ ਵੈਸੇ ਹੀ ਹੋ ਜਾਂਦਾ। ਉਹ ਤਾਂ ਧੂੜ ਵਿੱਚ ਸੀਗੀ, ਉਸ ਮਿੰਟ ਮਾਰਿਆ, ਯਾਨੀ ਓਏ ਹੋਏ। ਉਹਦਾ ਵੀ ਫਿਰ ਹੌਸਲਾ ਮਾਮੂ, ਹਨਾ? ਉਹਦੀ ਮੁਹੱਬਤ ਹੀ ਮੇਰੇ ਮੁਹੱਬਤ, ਬਿਲਕੁਲ ਜੀ, ਮੁਹੱਬਤ ਚ ਮਾਰਦੀ। ਯਾਰ ਆਵਾਜ਼ ਆਈ ਹੈ ਤਾਂ ਮੈਂ ਜਲਦੀ ਵੇਖ ਲੋ, ਯਾਨੀ ਰਾਤ ਦਾ ਟਾਈਮ ਬਿਨਾਂ ਵੇਖੇ ਦਸਤੀ ਨੂੰ ਛਾਲ ਮਾਰਦੀ। ਉਹਨੇ ਵਿੱਚ ਛਾਲ ਮਾਰ ਦਿੱਤੀ। ਠੀਕ ਹੋ ਗਿਆ। ਛਾਲ ਮਾਰ ਕੇ ਤਾਂ ਉਹਨੇ ਮੇਰਾ ਸੱਜਾ ਬਾਜ਼ੂ ਫੜਿਆ ਆ ਕੇ। ਅੱਛਾ। ਜਿਹੜੇ ਫੜਿਆ ਤੇ ਮੈਂ ਉਹਨੂੰ ਰੋਕਿਆ। ਹਾਂ ਮੈਂ ਕਿਹਾ ਨਹੀਂ ਯਾਰ। ਹਾਂ। ਉਹਨੇ ਫਿਰ ਖੱਬਾ ਫੜਿਆ, ਅੱਛਾ। ਫੜ ਕੇ ਉਹ ਖੂਹ ਜ਼ਰਾ ਬਣਾਇਆ ਨਹੀਂ ਸੀ, ਪੱਕਾ ਨਹੀਂ ਸੀ, ਯਾਨੀ ਟੋਆ ਹੀ ਕੱਢਿਆ ਇਹ ਟੋਆ ਸੀ ਯਾਨੀ ਸੀ ਕੱਚਾ ਸਾਈਡਾਂ ਤੋਂ? ਕੱਚਾ ਸਾਈਡਾਂ ਤੋਂ। ਠੀਕ ਹੋ ਗਿਆ। ਉਹ ਸਾਈਡ ਦੀ ਨਾ ਇੱਕ ਪਾਸੇ ਦੀ ਜਗ੍ਹਾ ਸੀ ਪੇਤਲੀ ਜੀ ਨਿਕਲਣ ਵਾਸਤੇ, ਹਾਂਜੀ। ਉਧਰ ਦੀ ਉਹਨੇ ਫਿਰ ਬਾਂਹ ਫੜ ਕੇ ਤੇ ਮੈਨੂੰ ਬਾਹਰ ਕੱਢਿਆ। ਅੱਛਾ ਅੱਛਾ। ਫਿਰ ਮੈਂ ਆਪਣੇ ਆਪ ਹੋਸ਼ ਦੇ ਵਿੱਚ ਆ ਗਿਆ ਸਹੀ। ਅੱਛਾ। ਥੋੜਾ ਜਿਹਾ ਗਾਂਹ ਤੁਰੇ ਆ ਹਾਂਜੀ। ਡੇਰੇ ਵੱਲ, ਉੱਥੇ ਨਜ਼ਦੀਕ ਹੀ ਡੇਰਾ ਸੀ ਹੋਰ ਉਹਦੇ ਸਾਂਢੂ ਦਾ। ਅੱਛਾ ਉਹ ਜਿਹੜਾ ਟੂਬਲ ਵਾਲਾ ਮਰਬਾ ਸੀ ਨਾ ਲੰਬੜਦਾਰ ਦਾ ਸੀ, ਤੇ ਉੱਥੇ ਅੱਛਾ ਅੱਛਾ। ਉਹ ਉਧਰ ਨੂੰ ਤੁਰਿਆ ਵੀ ਹੁਣ ਚੱਲਦੇ ਆ ਡੇਰੇ ਕੋ ਚਾਹ ਸ਼ਾਹ ਕੋਈ ਇਹਦਾ ਕਰੀਏ ਆਪਾਂ। ਅੱਛਾ। ਉਹ ਜਿਸਲੇ ਉੱਥੇ ਤੁਰੇ ਆ ਤੇ ਥੋੜੇ ਜਿਹਾ ਗਾਂਹ ਤੁਰ ਕੇ ਤੇ ਮੈਂ ਉਹਨੂੰ ਕਿਹਾ ਯਾਰ ਠਹਿਰ, ਮੈਨੂੰ ਪਿਸ਼ਾਬ ਕਰ ਲੈਣ ਦੇ। ਅੱਛਾ। ਮੈਂ ਕਿਹਾ ਤੋਰ ਤੂੰ ਮੇਰੇ ਨਾਲੇ ਆ ਜਾਊਂਗਾ। ਹੂੰ। ਉਹ ਤੁਰ ਪਿਆ ਤੇ ਉਹ ਮਾਈਆਂ ਜਿਹੜੀਆਂ ਜਾਂਦੀਆਂ ਉਹਦੇ ਗਲ ਲੱਗ ਗਈਆਂ। ਇੱਕ ਉਹਦੀ ਸਾਲੀ ਸੀ ਤੇ ਇੱਕ ਉਹਦੀ ਸਾਲੀ ਸੀਗੀਆਂ, ਅੱਛਾ। ਤੇ ਇੱਕ ਉਹਦੀ ਭਾਣਜੀ ਸੀ ਲੱਗਦੀ, ਅੱਛਾ। ਉਹਦੇ ਗਲ ਲੱਗ ਗਈਆਂ। ਹੂੰ। ਉਹ ਕੁੜੀ ਤੇ ਕਹਿਣ ਲੱਗੀ ਕਿ ਚਾਚੇ ਉਸਤਾਦ ਨੂੰ ਤੂੰ ਛੱਡ ਆਇਆ ਤਾਂ ਉਹਦੇ ਸੱਟ ਵੀ ਦੱਸਦਾਂ ਲੱਗੀ ਆ ਤੇ ਤੂੰ ਮੰਨਣਾ ਸੀਗਾ। ਅੱਛਾ। ਉਹ ਕਹਿੰਦਾ ਮੈਨੂੰ ਉਹਨੇ ਕਿਹਾ ਵੀ ਤੂੰ ਤੁਰ ਤੇ ਮੈਂ ਪਿਸ਼ਾਬ ਕਰਕੇ ਆਉਣਾ। ਅੱਛਾ। ਮੈਂ ਗਿਆ ਤੇ ਉਹਨਾਂ ਮਾਈਆਂ ਨੂੰ ਅੱਲਾ ਦੀ ਜ਼ਾਤ ਪਾਕ ਜੰਨਤ ਦੇ ਵਿੱਚ ਜਗ੍ਹਾ ਦੇਵੇ, ਹੂੰ। ਅੱਲਾ ਪਾਕ ਇੰਨਾ ਕੁ ਉਹਨਾਂ ਨੂੰ ਰਿਜ਼ਕ ਦੇਵੇ ਕਿ ਉਹਨਾਂ ਕੋਲ ਆਮੀਨ। ਸਮਾਇਆ ਨਾ ਜਾਵੇ। ਆਮੀਨ। ਅੱਲਾ ਪਾਕ ਉਹਨਾਂ ਨੂੰ ਦੋਹੀਂ ਜਹਾਨੀ ਖੁਸ਼ ਰੱਖੇ। ਆਮੀਨ ਯਾ ਆਮੀਨ। ਆਪਣੇ ਮਹਿਬੂਬ ਦੀ ਜ਼ਿਆਰਤ ਕਰਾਵੇ ਕਿ ਆਮੀਨ। ਉਹਨਾਂ ਮਾਈਆਂ ਨੇ, ਮੈਂ ਗਿਆ ਹਾਂਜੀ। ਤੇ ਨਵੇਂ ਬਿਸਤਰੇ, ਇੱਥੇ ਥੱਲੇ ਵੀ ਰਜ਼ਾਈ, ਤਲਾਈ ਥੱਲੇ ਵੀ ਰਜ਼ਾਈ ਤੇ ਉੱਤੇ ਵੀ ਰਜ਼ਾਈ, ਅੱਛਾ। ਉਹ ਰੱਖੀ ਤੇ ਦੁੱਧ ਤੇ ਘੇ ਅੱਛਾ। ਗਰਮ ਕੀਤਾ ਉਸੇ ਵੇਲੇ ਅੱਛਾ, ਯਾਨੀ ਤੁਹਾਨੂੰ ਪਿਆਉਣ ਵਾਸਤੇ? ਪਿਆਉਣ ਵਾਸਤੇ। ਅੱਛਾ। ਤੇ ਰੇਤਾ ਨਹਿਰ ਦੀ ਹਾਂਜੀ।
ਉਹ ਉਹਨਾਂ ਨੇ ਕੜਾਈ 'ਚ ਪਾ ਕੇ ਫੌਰਨ ਗਰਮ ਕੀਤੀ। ਟਕੋਰ ਕਰਨ ਵਾਸਤੇ। ਹਾਂ ਉਹ ਦਵਾ ਦਵ ਉੱਤੇ ਜਦ ਗਰਮ ਯਾਨੀ ਕਿ ਮਾਮੂ ਦੇਸੀ ਇਲਾਜ ਹੁੰਦਾ ਨਾ, ਕਿਤੇ ਚੋਟ ਵਗੈਰਾ ਲੱਗਦੀ ਗਾਉਂ ਤੇ ਪੁਰਾਣਾ ਜ਼ਮਾਨਾ ਸੀ ਕਿ ਰੇਤ ਗਰਮ ਕਰਕੇ ਟਕੋਰ ਕਰੋ ਤੇ ਯਾਨੀ ਕਿ ਉਹ ਆਰਾਮ ਆ ਜਾਂਦਾ, ਆਰਾਮ ਦਰਦ ਮਹਿਸੂਸ ਨਹੀਂ ਹੁੰਦੀ ਦੀ ਵਜ੍ਹਾ ਦੇ ਨਾਲ ਹਾਂ। ਖੂਨ ਜੰਮਦਾ। ਦਿਨ ਸਰਦੀ ਦੇ ਸੀਗੇ? ਹਾਂ ਸਰਦੀ ਦੇ ਸੀ, ਕੱਤੇ ਦਾ ਮੌਸਮ। ਅੱਛਾ ਇਹ ਨਹੀਂ, ਹਾਂ ਤੁਸੀਂ ਦੱਸਿਆ ਸਟਾਰਟ ਕਿ ਸਰਦੀ ਸਟਾਰਟ ਹੋ ਰਹੀ ਸੀ, ਠੀਕ ਹੋ ਗਿਆ। ਤੇ ਉਹ ਟਕੋਰ ਕੀਤੀ ਤੇ ਕੁਛ ਅਹਿਸਾਸ ਹੋਇਆ ਤੇ ਫਿਰ ਉਹ ਟੁਰਿਆ। ਅੱਛਾ ਉੱਥੋਂ ਅੱਡਾ ਸੀਗਾ ਥੋੜੀ ਦੂਰ 2 ਮੀਲ, ਵੀ ਮੈਂ ਉੱਥੇ ਜਾਣਾ ਤੇ ਕੋਈ ਗੋਲੀ ਛੋਲੀ ਲਿਆਉਣਾ। ਮੈਂ ਉਹਨੂੰ ਕਿਹਾ ਵੀ 81 ਦੀ ਗੋਲੀ ਇੱਕ ਲਈ ਆਵੀਂ, ਸੋਹਣੇ ਨੀਂਦ ਆ ਜਾਵੇਗੀ। ਵੀ ਯਾਨੀ ਹੋ ਸਕਦਾ ਸੱਟ ਜੋ ਲੱਗੀ ਆ ਤੇ ਦਰਦ ਜ਼ਿਆਦਾ ਨਾ ਹੋਵੇ ਤਾਂ ਐਵੇਂ ਤੜਫੀਏ। ਹਾਂਜੀ ਹਾਂਜੀ ਮਤਲਬ ਇਹ ਆ ਉਹ ਗਿਆ ਤੇ ਉਹਨੇ ਜਾ ਕੇ ਉਹਨੂੰ ਦੱਸਿਆ ਤੇ ਉਹਨੇ ਲੈ ਆਂਦੀ। ਅੱਛਾ 81 ਦੀ ਗੋਲੀ ਵੀ, ਤੇ ਫਿਰ ਉਹਨਾਂ ਨੇ ਦੁੱਧ ਬਹੁਤ ਗਰਮ ਕੀਤਾ ਸੀਗਾ, ਉਹ ਗੋਲੀਆਂ ਖਾਧੀਆਂ। ਅੱਛਾ ਖਾ ਕੇ ਤੇ ਮੈਂ ਪੈ ਗਿਆ। ਫਿਰ ਉਹਨਾਂ ਨੇ ਕੀਤਾ ਚੌਧਰੀ ਨੂੰ ਫੋਨ, ਅੱਛਾ ਵੀ ਇਦਾਂ ਕਰਕੇ ਉਸਤਾਦ ਨਾ ਹੋਈ ਹੈ। ਅੱਛਾ ਉਹ ਕਹਿੰਦਾ ਕਿ ਦੂਸਰੇ ਚੌਧਰੀ ਸਾਹਿਬ ਹਾਂ ਉਹਦਾ ਭਰਾ, ਹਾਂਜੀ ਉਹ ਕਹਿੰਦਾ ਕਿ ਅੱਲਾ ਤਾਂ ਉਹਨੂੰ ਕਹਿਣ ਲੱਗਾ ਕਿ ਉਹਦੀ ਤਾਂ ਕਿ ਸ਼ੂਗਰ ਬਹੁਤ ਵੱਧ ਗਈ ਆ। ਅੱਛਾ ਉਹ ਕਹਿੰਦਾ ਜੁੱਤੀ ਲਾ ਲਾ ਤੇ ਜੁੜ ਜਾ ਇਹਨੂੰ ਅਗੇ ਐਨ ਚੋਦ ਉਧਰ ਬੰਦਾ ਮਰਦਾ, ਇਸ ਮਾਂ ਚੋਦ ਦੀ ਸ਼ੂਗਰ ਕਹਿੰਦਾ ਵੱਧ ਗਈ ਆ। ਇਹਨੂੰ ਬੰਦੇ ਦੇ ਨਾਲ ਨਹੀਂ, ਇਹਨੂੰ ਸ਼ੂਗਰ ਨਾਲ ਕਹਿੰਦਾ। ਸ਼ੂਗਰ ਨਾਲ ਕਹਿੰਦਾ ਹੈ ਕੁੱਤਾ ਕੁੜੀ ਆ। ਉਹਨੇ ਗਾਲਾਂ ਕੱਢੀਆਂ ਸਕੇ ਭਰਾ ਨੂੰ, ਸਕੇ ਭਰਾ ਨੂੰ, ਠੀਕ ਹੈ। ਫਿਰ ਉਹਨੇ ਉਸੇ ਵੇਲੇ ਗੱਡੀ ਘਲਾਈ ਇੱਥੋਂ। ਅੱਛਾ ਗੱਡੀ ਘਲਾਈ ਵੀ ਤੇ ਲੈ ਗਏ ਉੱਥੇ ਦਾਰਾਂ ਵਾਲੇ ਯਾਨੀ ਉਸ ਟਾਈਮ ਰਾਤ ਨੂੰ ਹੀ? ਉਸੇ ਵੇਲੇ। ਅੱਛਾ ਯਾਨੀ ਬੜੇ ਅੱਛੇ ਸੀ ਫਿਰ ਲੋਕ? ਬਹੁਤ ਅੱਛਾ ਆਦਮੀ ਸੀਗਾ ਚੌਧਰੀ ਅਰਸ਼ਦ, ਬਹੁਤ ਹੀ ਬੀਬਾ ਬੰਦਾ। ਠੀਕ ਹੋ ਗਿਆ। ਉਸੇ ਵੇਲੇ ਉਹਨੇ ਗੱਡੀ ਘਲਾਈ, ਉਹ ਗੱਡੀ ਲੈ ਕੇ ਤੇ ਹਸਪਤਾਲ ਆ ਗਿਆ ਸਰਕਾਰੀ। ਅੱਛਾ ਉਹ ਜਿਹੜਾ ਅੱਲਾ ਦਿੱਤਾ ਸੀ ਨਾ, ਉਹਨੇ ਉਹਨੂੰ ਦੱਸ ਦਿੱਤਾ ਡਾਕਟਰ ਨੂੰ ਤੇ ਇਸ ਤਰੀਕੇ ਨਾਲ ਵਾਕਿਆ ਹੋਇਆ? ਆਹ ਵਾਕਿਆ। ਤੇ ਦੂਸਰਾ ਅਭੀ ਮੈਨੂੰ 81 ਦੀ ਗੋਲੀ ਦਿੱਤੀ ਹੈ। ਅੱਛਾ ਅੱਛਾ ਉਹ ਵੀ ਦੱਸਤਾ ਕਿ 81 ਦੀ ਉਹਨੇ ਗੋਲੀ ਦੱਸ ਦਿੱਤਾ। ਮੈਨੂੰ ਉਹਨੇ ਪੁੱਛਿਆ 2-3 ਵਾਰੀ ਬੁਲਾਇਆ ਤੇ ਮਤਲਬ ਬੋਲਣ ਨੂੰ ਦਿਲ ਹੀ ਨਾ ਮੇਰਾ ਕਰੇ। ਜੀ ਜੀ ਫਿਰ ਡਾਕਟਰ ਕਹਿੰਦਾ ਯਾਰ ਜੇ ਨਹੀਂ ਬੋਲਣਾ ਤੂੰ ਇਸ਼ਾਰਨ ਦੱਸ ਤਾਂ ਸਹੀ ਨਾ ਵੀ ਕਿੱਥੇ ਸਿਰ ਤੇ ਸੱਟਾਂ ਲੱਗੀਆਂ। ਮੈਂ ਉਹਨੂੰ ਫਿਰ ਦੱਸਿਆ ਮੋਢਾ ਦਾ ਥਾਂ ਸੀਨਾ। ਉਹਨੇ ਕਿਹਾ ਕੋਈ ਨਹੀਂ ਖੈਰ ਸੱਲਾ, ਮਤਲਬ ਇਹ ਆ ਏਡੀ ਖਤਰੇ ਵਾਲੀ ਗੱਲ ਕੋਈ ਨਹੀਂ ਗੀ। ਉਹਨਾਂ ਨੇ ਫਿਰ ਦਵਾਈਆਂ ਸ਼ਵਾਈਆਂ ਕੋ ਟੀਕੇ ਟੂਕੇ ਲਾ ਦਿੱਤੇ। ਅੱਛਾ ਤੇ ਆ ਕੇ ਫਿਰ ਉੱਥੇ ਆਪਣੇ ਕਾਰਖਾਨੇ ਬਿਸਮਿਲ੍ਲਾ ਕਾਟਨ 'ਚ ਆ ਗਏ। ਅੱਛਾ ਉੱਥੇ ਆ ਕੇ ਦੋਨ ਚੌਧਰੀ ਨੂੰ ਬਿਸਤਰਾ ਮੰਜਾ ਹੁੰਦੇ ਆ, ਹਾਂਜੀ ਹਾਂਜੀ, ਉੱਥੇ ਢਵਾਤਾ ਤੇ ਉੱਥੇ ਪੈ ਗਏ। ਅੱਛਾ ਤੇ ਟਰੈਕਟਰ ਕਿਹੜਾ ਸੀ ਮਾਮੂ? 240 ਇਹ 240 ਮੈਸੀ? ਮੈਸੀ। ਓਹੋ ਦੂਜੀ ਉਹ ਫਿਰ ਸਵੇਰ ਨੂੰ ਇੱਥੋਂ ਲੈ ਕੇ ਨਾ ਉਹ ਦੂਸਰੇ ਤਰਪਾਈਆਂ ਕਾਰਖਾਨੇ ਵਾਲੀਆਂ ਹਾਂਜੀ ਟਰੈਕਟਰ ਨੂੰ ਵਿੱਚੋਂ ਕੱਢਣਾ ਸੀਗਾ। ਅੱਛਾ ਯਾਨੀ ਕਿ ਟਰੈਕਟਰ ਰਾਤ ਵਿੱਚ ਹੀ ਰਿਹਾ, ਉਹਨੂੰ ਨਹੀਂ ਵੇਖਣ ਗਏ? ਉਹ ਤੇ ਵਿੱਚੇ ਗਿਆ ਉਹ ਜਿਹੜਾ ਬੰਦੇ ਨੇ ਛਾਲ ਮਾਰੀ ਸੀ, ਉਹਨੂੰ ਮੈਂ ਕਿਹਾ ਵੀ ਉਹ ਟਰੈਕਟਰ ਤੇ ਚੱਲਣ ਡਿਆ ਸੀ ਬੈਗ ਕਿ ਮੂਧਾ ਤੇ ਪੈ ਗਿਆ ਟਾਇਰ ਤੋਂ ਚੱਲੀ। ਅੱਛਾ ਯਾਨੀ ਕਿ ਟਰੈਕਟਰ ਡਿੱਗਿਆ, ਟਰੈਕਟਰ ਚੱਲੀ ਜਾ ਰਿਹਾ? ਹਾਂ ਤੇ ਬਾਹਰੋਂ ਚੱਲਦਾ ਗਿਆ ਤੇ ਵਿੱਚ ਹੀ ਚੱਲਦਾ ਹੀ ਜਾਣਾ ਸੀ, ਯਾਨੀ ਬੰਦ ਵੀ ਨਹੀਂ ਹੋਇਆ, ਟਰੈਕਟਰ ਚੱਲੀ ਜਾ ਰਿਹਾ। ਉਹ ਜਿਹੜਾ ਉੱਤੋਂ ਆਦਮੀ ਗਿਆ ਉਹਨੂੰ ਮੈਂ ਫੇਕਿਆ, ਮੈਂ ਕਿਹਾ ਇਹਨੂੰ ਇਹਦੀ ਚੋਕ ਖਿੱਚ। ਯਾਨੀ ਬੰਦ ਕਰਤਾ ਟਰੈਕਟਰ? ਫਿਰ ਖੁਦ ਬੰਦ ਕੀਤਾ ਤੁਸੀਂ? ਖੁਦ ਕੀਤਾ ਉਹਨੇ। ਡਿੱਗ ਕੇ ਬੰਦ ਨਹੀਂ ਹੋਇਆ ਟਰੈਕਟਰ? ਡਿੱਗ ਕੇ ਕਿੱਥੋਂ ਹੋਣਾ ਸੀਗਾ, ਉਹ ਤਾਂ ਉਸਲੇ ਹੋਣਾ ਸੀ ਜਿਸਲੇ ਮਤਲਬ ਤੇਲ ਖਤਮ ਹੋ ਜਾਂਦਾ। ਤੇਲ ਖਤਮ ਹੋ ਜਾਂਦਾ, ਹਾਂਜੀ ਠੀਕ ਹੋ ਗਿਆ। ਇੰਜਨ ਦਾ ਵੀ ਨਿਕਲ ਜਾਣਾ ਸੀ, ਸਾਰਾ ਨਿਕਲਣਾ ਵੀ ਸੀਲ ਹੋਣਾ ਸੀਗਾ। ਜੀ ਜੀ। ਉਹ ਫਿਰ ਆਦਮੀ ਨੇ ਮੈਂ ਕਿਹਾ ਇਹਦੀ ਚੋਕ ਖਿੱਚ। ਅੱਛਾ ਉਹਨੇ ਚੋਕ ਖਿੱਚ ਕੇ ਬੰਦ ਕੀਤਾ ਸੀ। ਤੇ ਉਹ ਆਦਮੀ ਜਿਹੜੇ ਤਰਪਾਈਆਂ ਲੈ ਕੇ ਆਇਆ ਤੇ ਚੱਕ ਵਾਲੇ ਮੁੰਡੇ ਦੋਸਤ ਸੀਗੇ, ਹਾਂਜੀ, ਉਹ ਜਿਹੜੇ ਸਵੇਰੇ ਆਏ ਤੇ ਉਹਨਾਂ ਦੱਸਿਆ ਕੀ ਹੋਇਆ। ਉਹਨੇ ਕਿਹਾ ਆਹ ਗੱਲ ਹੋਈ ਆ। ਉਹ ਤੇ ਹੈਰਾਨ ਹੋ ਗਿਆ ਰਹਿਣਾ। ਉਹ ਕਹਿੰਦੇ ਕਿ ਉਸਤਾਦ, ਉਹ ਕਹਿੰਦੇ ਕਿ ਮਰ ਗਿਆ। ਉਹ ਕਹਿੰਦੇ ਨਹੀਂ ਨਹੀਂ ਅਗੇ ਉਹ ਠੀਕ ਆ। ਉਹਨੇ ਕਿਹਾ ਝੂਠ ਮਾਰਦੇ ਹੋ। ਯਾਨੀ ਉਹਨੂੰ ਯਕੀਨ ਨਹੀਂ ਸੀ ਹੋ ਰਿਹਾ। ਜਿਸ ਤਰੀਕੇ ਨਾਲ ਗੱਡੀ ਡਿੱਗੀ ਸੀ, ਉਹ ਕਹਿੰਦਾ ਵੀ ਜਿਹੜੇ ਤਰੀਕੇ ਨਾਲ ਗੱਡੀ ਡਿੱਗੀ ਆ ਤੁਸੀਂ ਝੂਠ ਮਾਰਦੇ, ਜਾਂ ਤਾਂ ਮਰਿਆ ਥੱਲੇ ਕੱਢਿਆ ਤੇ ਜਾਂ ਜਾਂਦਾ ਮਰ ਗਿਆ। ਜਾਂ ਜਾਂਦਾ ਮਰ ਗਿਆ ਉਹ। ਤੇ ਜਿਹੜੇ ਦੂਜਾ ਦਿਨ ਹੋਇਆ ਤੇ ਮੈਂ ਸ਼ਾਮ ਨੂੰ ਗਿਆ ਉੱਥੇ। ਹਾਂਜੀ। ਉਹ ਦੇਖ ਕੇ ਕਹਿੰਦੇ ਉਸਤਾਦ ਜੀ ਬਚ ਗਿਆ, ਜਿਹਨੂੰ ਅੱਲਾ ਰੱਖੇ ਉਹਨੂੰ ਕੌਣ ਮਾਰੇ। ਯਾਨੀ ਇਹ ਵਾਕਿਆ ਮੇਰੀ ਜ਼ਿੰਦਗੀ ਦਾ ਅਜੀਬੋ ਗਰੀਬ ਹੋਇਆ। ਯਾਨੀ ਇਹ ਤਾਂ ਨਹੀਂ ਕਦੀ ਭੁੱਲਣ ਵਾਲਾ ਨਾ? ਨਹੀਂ ਤੇ ਠੀਕ ਹੈ, ਇਹਨੇ ਕਾਬਲੇ ਯਕੀਨ ਇੱਕ ਵਾਕਿਆ ਐਸਾ ਹੋਇਆ। ਅੱਲਾ ਪਾਕ ਮਾਰਨ ਵਾਲੇ। ਉਹ ਫਿਰ ਮਾਈ ਜਿਹੜੀ ਸੀ ਨਾ ਜਿਹਨੇ ਮੈਨੂੰ ਕਿਹਾ ਸੀਗਾ। ਹਾਂ ਤੁਹਾਨੂੰ ਉਹ ਮਾਈ ਕਹਿ ਰਹੇ ਕਿ ਦਿਨ ਦੇ ਟਾਈਮ ਜਦੋਂ ਤੂੰ ਹਲ ਵਾਹ ਰਹੇ ਸੀਗੇ ਹਾਂ, ਤਾਂ ਮਾਈ ਨੇ ਕਿਹਾ ਕਿ ਤੂੰ ਮਤਲਬ ਸਾਹ ਵੀ ਲੈ ਲੈ, ਕੰਮ ਹੀ ਕਰਦਾ ਰਹਿਣਾ, ਕੰਮ ਹੀ ਕਰੀ ਜਾਂਦਾ, ਥੱਕ ਗਿਆ ਤਾਂ ਸਾਹ ਹੀ ਲੈ ਲਾ, ਸਾਹ ਲੈ ਲਾ। ਹਾਂਜੀ। ਉਹ ਮਾਈ ਅੱਲਾ ਵਾਲੀ ਸੀ, ਕੁਛ ਜਾਣਦੀ ਸੀਗੀ। ਉਹ ਦੂਸਰੇ ਦਿਨ ਜਿਹੜੇ ਇਹ ਜਾਣਦੀ ਆ, ਅੱਲਾਹ ਤਾਲਾ ਨੇ ਘਵਾਤਾ, ਇਹੀ ਹੋ ਸਕਦਾ। ਉਹ ਜਾਣਦੀ ਵੀ ਸੀਗੀ। ਅੱਛਾ ਅੱਛਾ, ਹਾਂ ਠੀਕ ਹੋ ਗਿਆ। ਉਹ ਫਿਰ ਅਗਲੇ ਦਿਨ ਖਲਾਸਾ ਖੁੱਲਿਆ ਨਾ, ਸਾਨੂੰ ਕੀ ਪਤਾ ਸੀਗਾ। ਹਾਂ ਹਾਂ। ਉਹ ਮਾਈ ਨੇ ਫਿਰ ਉਹ
ਅੱਲਾ ਜਿਹੜਾ ਉਹਦੇ ਘਰੋਂ ਸੀ ਨਾ, ਉਹਨੇ ਜਿਹੜੇ ਦੱਸਿਆ ਨਾ ਵੀ ਆਹ ਗੱਲ ਬਣੀ ਆ, ਹਾਂਜੀ ਮਾਈ ਨੂੰ ਪਤਾ ਲੱਗਾ ਜਦੋਂ। ਅੱਛਾ। ਉੱਥੇ ਡੇਰੇ ਆਈ ਸਵੇਰ ਨੂੰ ਅੱਛਾ ਵੀ ਆਹ ਗੱਲ ਇਦਾਂ ਹੋਈ ਆ, ਤੇ ਉਹ ਸਿਰ ਤੇ ਹੱਥ ਮਾਰੇ ਤੇ ਨਾਲੇ ਰੋਈ। ਅੱਛਾ। ਕਹਿੰਦੀ ਜੇ ਮੈਨੂੰ ਪਤਾ ਹੁੰਦਾ ਕਿ ਉਸ ਮਤਲਬ ਰਾਤ ਨੂੰ ਟਿਊਬਵੈਲ ਚਲਾਉਣਾ ਤਾਂ ਮੈਂ ਇਹਨੂੰ ਕਦੀ ਵੀ ਨਹੀਂ ਜਾਣ ਦਿੰਦੀ, ਮਤਲਬ ਮੈਨੂੰ ਕਹਿ ਕੇ ਜਾਣਾ ਸੀ ਕਿ ਤੂੰ ਟੂਵਲ ਨਾ ਚਲਾਈ। ਟਿਊਬਵੈਲ। ਉਹ ਕਹਿੰਦੀ ਉੱਥੇ ਹਵਾਈ ਚੀਜ਼ਾਂ ਉਸ ਲਈ ਇੰਨੀਆਂ ਕੁ ਉਹਦੇ ਉੱਤੇ ਜ਼ਬਰਦਸਤ ਸੀਗੀਆਂ, ਘੇਰਾ ਪਾਇਆ ਸੀ। ਯਾਨੀ ਤੁਹਾਡੇ ਤੇ ਆਹ ਟਰੈਕਟਰ ਤੇ ਨਹੀਂ, ਤੁਹਾਡੇ ਤੇ। ਮੇਰੇ ਤੇ ਉਹੀ ਟਰੈਕਟਰ ਨੂੰ ਘੁਮਾਉਣ ਡਈ ਆ। ਠੀਕ ਹੋ ਗਿਆ। ਉਹ ਯਾਨੀ ਉਹ ਮਾਈ ਨੇ ਤੁਹਾਨੂੰ ਸਾਰੀ ਸਟੋਰੀ ਦੱਸੀ। ਉਹ ਮਾਈ ਨੇ ਦੂਸਰੇ ਦਿਨ ਡਿੱਗਣ ਤੋਂ ਬਾਅਦ ਯਾਨੀ ਕਿ ਉਸ ਮਾਈ ਨੇ ਕਨਫਰਮ ਕੀਤਾ ਹਾਂ ਕਿ ਉਸ ਟਾਈਮ ਹਵਾਈ ਚੀਜ਼ਾਂ ਦਾ ਬਹੁਤ ਜ਼ਿਆਦਾ ਯਾਨੀ ਕਿ ਕੰਟਰੋਲ ਸੀ ਤੁਹਾਡੇ ਤੇ। ਹਾਂ, ਤੇ ਉਸ ਲਈ ਉਹਨੇ ਤਦੇ ਕਿਹਾ ਸੀ ਨਾ ਵੀ ਤੂੰ ਸਹੀ ਲੈ ਲਾ। ਠੀਕ ਹੋ ਉਹਨੇ ਗਿਆ। ਕਿਹਾ ਸੀ ਵੀ ਮੇਰੇ ਦਿਲ 'ਚ ਸੀਗੀ ਵੀ ਇਹ ਸਹੀ ਲੈ ਲਊਗਾ ਤੇ ਆਪੇ ਚਲੇ ਜਾਣਗੀਆਂ, ਜੀ ਜੀ ਇਹ ਕੰਮ ਖਤਮ ਹੋ ਜਾਊਗਾ। ਖਤਮ ਹੋ ਜਾ, ਲੇਕਿਨ ਉਹ ਚੀਜ਼ਾਂ ਨੇ ਤੁਹਾਡੀ ਜਾਨ ਨਹੀਂ ਛੱਡੀ। ਹਾਂ, ਉਹ ਕਹਿੰਦੀ ਸੀ ਮੈਨੂੰ ਨਹੀਂ ਸੀ ਪਤਾ, ਮੈਂ ਤਾਂ ਕਿਹਾ ਵੀ ਇਹੋ ਜਿਹਾ ਵਾਹ ਕੇ ਨੇ ਬਸ ਕਰ ਦੇਣੀ, ਬਸ ਕਰ ਦੇਣੀ। ਪਰ ਮੈਂ ਟੂਬਲ ਚਲਾਉਣਾ ਸੀ, ਰਾਤ ਪਾਣੀ ਦੀ ਵਾਰੀ ਸੀਗੀ। ਉਹ ਕਹਿੰਦੀ ਜੇ ਮੈਨੂੰ ਇਹ ਪਤਾ ਹੁੰਦਾ ਤਾਂ ਮੈਂ ਕਦੀ ਵੀ ਨਾ ਜਾਣ ਕਦੀ ਨਹੀਂ ਜਾਣ ਦਿੰਦੀ। ਮਤਲਬ ਉਹ ਚੀਜ਼ਾਂ ਦਾ ਉਸ ਵੇਲੇ ਬੜਾ ਜ਼ਬਰਦਸਤ ਉੱਤੇ ਹਮਲਾ ਹੋਇਆ ਸੀਗਾ। ਯਾਨੀ ਉਹ ਮਾਈ ਦੇ ਬਕੌਲ ਕਿ ਮਾਈ ਨੇ ਦੱਸਿਆ ਕਿ ਇਹ ਤੇ ਚੀਜ਼ਾਂ ਨੇ ਵਾਰ ਕੀਤਾ ਸੀ ਤੇ ਚੀਜ਼ਾਂ ਨੇ ਇਹ ਕੰਮ ਕੀਤਾ। ਓਏ ਹੋਏ ਹੋਏ। ਚੀਜ਼ਾਂ ਨੇ ਆਪਣੀ ਜ਼ੋਰ ਲਾਇਆ ਤੇ ਲੇਕਿਨ ਉਹ ਸੋਹਣੇ ਨੇ ਆਪਣਾ ਅੱਲਾਹ ਜ਼ੋਰ ਪਾਕ ਨੇ ਲਾਇਆ। ਫਿਰ ਹਾਂ ਉਹ ਗੱਲ ਮਾਮੂ ਫਿਰ ਉਹੀ ਨਾ ਯਾਰ ਹਾਂ, ਕਿ ਅਗਰ ਜ਼ਿੰਦਗੀ ਹੈ ਨਾ ਤੇ ਹਜ਼ਾਰਾਂ ਬਹਾਨੇ ਸਵਾਬ ਲੱਗ ਜਾਂਦਾ। ਸਬਬ ਲੱਗ ਜਾਂਦਾ। ਸਹੀ। ਅੱਲਾਹ ਤਾ ਪਾਕ ਤੁਹਾਨੂੰ ਸਲਾਮਤ ਰੱਖੇ ਹਮੇਸ਼ਾ। ਅੱਲਾਹ ਤਾਲਾ ਤੁਹਾਨੂੰ ਸਿਹਤ ਵਾਲੀ ਲੰਬੀ ਜ਼ਿੰਦਗੀ ਤਾ ਫਰਮਾਏ। ਅਜੇ ਨਹੀਂ ਹਾਲੇ ਵੀ ਤੁਹਾਨੂੰ ਦਰਦ ਮਹਿਸੂਸ ਹੁੰਦੀ ਹੁਣ ਆ ਕੇ, ਯਾਨੀ ਕਿ ਪਹਿਲੇ ਨਹੀਂ ਹੁੰਦੀ, ਨਹੀਂ ਹੁਣ ਆ ਕੇ ਹੋਣ ਲੱਗ ਪਈ। ਠੀਕ ਹੋ ਗਿਆ। ਹਾਂਜੀ, ਤੇ ਇਹ ਸੀ ਵਾਕਿਆ ਕਿ ਜਿਹੜਾ ਰੂਨਮਾ ਹੋਇਆ ਮੇਰੇ ਮਾਮੂ ਦੇ ਨਾਲ, ਮਾਮੂ ਮਨਵਰ ਦੇ ਨਾਲ, ਤਕਰੀਬਨ 1995-96 ਦੀ ਮਤਲਬ ਦੱਸਦੇ ਪਏ ਨੇ। ਤੇ ਉਸ ਟਾਈਮ ਅਸੀਂ ਲਾਹੌਰ ਸ਼ਿਫਟ ਨਹੀਂ ਸੀ ਹੋਏ ਸਾਂ, ਅਸੀਂ ਇੱਥੇ ਹੀ ਰਹਿੰਦੇ ਸੀ। ਲੇਕਿਨ ਮੈਨੂੰ ਇਸ ਗੱਲ ਦਾ ਨਾ, ਮੈਂ ਅੰਮੀ ਮੇਰੀ ਨੇ ਮੇਰਾ ਇੱਕ ਵਾਰੀ ਮੇਰੇ ਕੋਲ ਨਾਮ ਲਿਆ ਸੀ। ਮੈਂ ਕਿਹਾ ਚਲੋ ਨਾ ਮੈਂ ਕਿਸੇ ਵੇਲੇ ਮਤਲਬ ਪੁੱਛਾਂਗਾ ਮਾਮੂ ਨੂੰ, ਯਾਨੀ ਗੱਲਬਾਤ ਸੁਣਾਂਗੀ ਦੁਬਾਰਾ ਮਾਮੂ ਦੀ ਜ਼ੁਬਾਨੀ ਵੀ। ਹੋ ਸਕਦਾ ਉਸ ਟਾਈਮ ਮੈਨੂੰ ਯਾਦ ਨਹੀਂ ਹੈ, 1995 ਮਤਲਬ ਛੋਟਾ ਜਿਹਾ ਹੈ ਸੀ ਮੈਂ। ਤੇ ਲੇਕਿਨ ਇਹ ਅੱਜ ਮੈਂ ਤੁਹਾਨੂੰ ਹੀ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਕਿ ਜਿਹਨੂੰ ਅੱਲਾਹ ਪਾਕ ਰੱਖੇ ਕਿ ਹਵਾਈ ਚੀਜ਼ਾਂ, ਯਾਨੀ ਕਿ ਹਵਾਈ ਚੀਜ਼ਾਂ ਦਾ ਮਤਲਬ ਹੁੰਦਾ ਕਿ ਜਿੰਨਾਤ ਵਗੈਰਾ ਹੁੰਦੇ ਨੇ, ਉਹਨਾਂ ਦਾ ਪਹਿਰਾ ਹੁੰਦਾ ਇਨਸਾਨ ਤੇ ਜਾਦੂ ਵੀ ਬਰਹੱਕ ਹੈ। ਬੜੇ ਲੋਕ ਐਸੇ ਹੈ ਨੇ ਕਿ ਜਿਹੜੇ ਹਵਾਈ ਚੀਜ਼ਾਂ ਨੂੰ ਜਾਂ ਜਿੰਨਾਤ ਨੂੰ ਨਾ ਮਤਲਬ ਕਿ ਮਜ਼ਾਕ ਸਮਝਦੇ, ਇਹ ਸੋਚਦੇ ਨੇ ਕਿ ਇਹਨਾਂ ਦੀ ਰਿਐਲਿਟੀ 'ਚ ਹੈ ਹੀ ਕੋਈ ਨਹੀਂ, ਜਿੰਨਾਤ ਵਗੈਰਾ ਹੁੰਦੇ ਹੀ ਕੋਈ ਨਹੀਂ ਗੇ। ਲੇਕਿਨ ਇਹ ਹਕੀਕਤ ਨਹੀਂ ਹੈ। ਜਾਦੂ ਟੂਣਾ ਹਰ ਚੀਜ਼ ਬਰਹੱਕ ਹੈ, ਜਿੰਨਾਤ ਵੀ ਹੁੰਦੇ ਨੇ, ਹਰ ਚੀਜ਼ ਹੈ। ਠੀਕ ਹੈ ਜੀ। ਤੇ ਮੈਂ ਤੁਹਾਨੂੰ ਜ਼ੁਬਾਨੀ ਸਟੋਰੀ ਸੁਣਵਾਈ ਹੈ ਜਿਸ ਤਰੀਕੇ ਨਾਲ ਹੋਇਆ ਸਾਰਾ, ਲੇਕਿਨ ਅੱਲਾਹ ਪਾਕ ਨੇ ਬਚਾਇਆ। ਹਵਾਈ ਚੀਜ਼ਾਂ ਨੇ ਜ਼ੋਰ ਲਗਾਇਆ, ਨੁਕਸਾਨ ਪਹੁੰਚਾਉਣ ਦਾ ਕੀਤਾ। ਜਿਸ ਤਰੀਕੇ ਨਾਲ ਵੀ ਪਹਿਰਾ ਰਿਹਾ ਹਵਾਈ ਚੀਜ਼ਾਂ ਦਾ, ਕਿਸੇ ਨੇ ਜਾਦੂ ਟੂਣਾ ਕੀਤਾ, ਵਟ ਐਵਰ ਜੋ ਵੀ ਕੀਤਾ, ਲੇਕਿਨ ਉਸ ਮਾਈ ਨੇ, ਉਸ ਔਰਤ ਨੇ ਦੱਸਿਆ, ਅੰਮਾ ਜੀ ਨੇ ਦੱਸਿਆ, ਜਿਹੜੀ 80 ਸਾਲ ਦੀ ਬਜ਼ੁਰਗ ਖਤੂਨ ਸੀ, ਉਹਨਾਂ ਨੇ ਦੱਸਿਆ ਕਿ ਤੇਰੇ ਤੇ ਉਸ ਟਾਈਮ ਹਵਾਈ ਚੀਜ਼ਾਂ ਦਾ ਬੜਾ ਪਹਿਰਾ ਸੀ ਕਿ ਟਰੈਕਟਰ ਤੱਕ ਕੰਟਰੋਲ 'ਚ ਨਹੀਂ ਸੀ ਆ ਰਿਹਾ। ਉਹਨਾਂ ਨੇ ਨੁਕਸਾਨ ਪਹੁੰਚਾਇਆ, ਲੇਕਿਨ ਅੱਲਾਹ ਪਾਕ ਦੀ ਜ਼ਾਤ ਕਿ ਜਿਨ੍ਹਾਂ ਨੇ ਮੇਰੇ ਮਾਮੂ ਨੂੰ ਜ਼ਿੰਦਗੀ ਬਖਸ਼ੀ। ਸਲਾਮਤ ਰਹੋ ਹਮੇਸ਼ਾ, ਆਪਣੇ ਵੱਡਿਆਂ ਦਾ ਇਹਤਰਾਮ ਕਰਦੇ ਰਹੋ। ਤੇ ਇਹ ਜਿਹੜੀਆਂ ਚੀਜ਼ਾਂ ਹੈ ਨਾ, ਇਹ ਮਤਲਬ ਇਹ ਰਿਐਲਿਟੀ 'ਚ ਹੈ, ਇਹ ਨਹੀਂ ਹੈ ਕਿ ਸਿਰਫ ਗੱਲਾਂ ਬਾਤਾਂ ਦੀ ਹੱਦ ਕਦੇ ਕਦੇ ਹੈ ਇਹੋ ਜਿਹੇ ਇਲਾਕੇ 'ਚ। ਕਿਉਂਕਿ ਸਾਡਾ ਇਲਾਕਾ ਨਾ ਇਹ ਸਾਰਾ ਚੋਲਸਤਾਨ ਹੈ, ਰੋਈ ਗੈਰ ਆਬਾਦ ਇਲਾਕਾ ਰਿਹਾ, ਹੁਣ ਅੱਗੇ ਜ਼ਿਆਦਾ ਆਬਾਦ ਹੋਇਆ। ਠੀਕ ਹੈ ਜੀ। ਤੇ ਚਲੋ ਜੀ, ਅੱਜ ਦਾ ਵਲੋਗ ਜਿਹੜਾ ਇੱਥੇ ਐਂਡ ਕਰ ਰਹੇ ਆ, ਤੇ ਇਨਸ਼ਾਅੱਲਾ ਅਗਲੇ ਵਲੋਗ ਦੇ ਵਿੱਚ ਮੈਨੂੰ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਲਾਜ਼ਮੀ ਕਿ ਤੁਸੀਂ ਇਸ ਟਾਈਪ ਦੀਆਂ ਪੰਜਾਬੀ ਹੋਰ ਦੁਬਾਰਾ ਸਟੋਰੀਆਂ ਕੋਈ ਸੁਣੀਆਂ ਚਾਹੁੰਦੇ ਹੋ, ਤੇ ਫਿਰ ਤੁਹਾਨੂੰ ਮੈਂ ਹੋਰ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਤੁਹਾਡੇ ਨਾਲ ਮਿਲਦੇ ਕਿਸੇ ਨਵੇਂ ਵਲੋਗ ਦੇ ਵਿੱਚ, ਕਿਸੇ ਨਵੀਂ ਵੀਡੀਓ 'ਚ, ਇੰਟਰਸਟਿੰਗ ਜੀ ਵੀਡੀਓ ਦੇ ਵਿੱਚ ਇਨਸ਼ਾਅੱਲਾ। ਤੇ ਉਦੋਂ ਤੱਕ ਮੈਨੂੰ ਇਜਾਜ਼ਤ ਦਿਓ ਕਿਉਂਕਿ ਮੈਂ ਵੀ ਹੁਣ ਪੱਠੇ ਪੁੱਠੇ ਵੱਢਣੇ ਆ। ਤੇ ਮਿਲਦੇ ਹਾਂ ਕਿਸੇ ਨਵੇਂ ਵਲੋਗ 'ਚ। ਅੱਲਾਹ ਹਾਫਿਜ਼। अस्सलाम वालेकुम। पाकिस्तान जिंदाबाद।